ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਜਣ ਸੱਚਾ ਪਾਤਸ਼ਾਹ ਸਿਰ ਸਾਂਧ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਭ ਕੋਈ ਚਲਨ ਕਹਿਤ ਹੈ ਊਹਾਂ ਨਾ ਜਾਣੋ ਬੈਕੁੰਠ ਹੈ ਕਹਾਂ। ਸਭ ਕੋਈ ਚਲਨ ਕਹਿਤ ਹੈ ਊਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਭ ਕੋਈ ਚਲਨ ਕਹਿਤ ਹੈ ਊਹਾਂ। ਇੱਕ ਬ੍ਰਾਹਮਣ ਨੇ ਭਗਤ ਕਬੀਰ ਸਾਹਿਬ ਜੀ ਨੂੰ ਕਿਹਾ ਕਿ ਹੇ ਕਬੀਰ, ਤੂੰ ਨੀਵੀਂ ਜਾਤੀ ਵਾਲਾ ਸਵਰਗ ਵਿੱਚ ਨਹੀਂ ਜਾ ਸਕਦਾ। ਅਸੀਂ ਬ੍ਰਾਹਮਣ ਹੀ ਸਵਰਗ ਦੇ ਅਧਿਕਾਰੀ ਹਾਂ। ਤਦੋਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਤੁਹਾਡੇ ਸਵਰਗ ਵਿੱਚ ਜਾਣਾ ਵੀ ਮੈਂ ਨਹੀਂ ਚਾਹੁੰਦਾ।
ਮੇਰੇ ਲਈ ਤਾਂ ਸਾਧ ਸੰਗਤ ਹੀ ਬੈਕੁੰਠ ਹੈ। ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ ਕਿ ਇਹ ਭਾਈ, ਤੁਹਾਡੇ ਵਿੱਚੋਂ ਸਭ ਕੋਈ ਹੀ ਇਹ ਆਖ ਰਹੇ ਨੇ ਕਿ ਉੱਥੇ ਸਵਰਗ ਵਿੱਚ ਜਾਣਾ ਹੈ, ਸਵਰਗ ਵਿੱਚ ਜਾਣਾ ਹੈ। ਜਿਸ ਤਰ੍ਹਾਂ ਜਹਾਜ਼ ਦੀਆਂ ਟਿਕਟਾਂ ਬੁੱਕ ਕਰਾਈਆਂ ਹੋਣ, ਨਾ ਜਾਣਾ ਬੈਕੁੰਠ ਹੈ ਕਹਾਂ, ਪਰ ਤੁਸੀਂ ਇਹ ਜਾਣਦੇ ਹੀ ਨਹੀਂ ਹੋ ਕਿ ਸਵਰਗ ਕਿੱਥੇ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਆਪ ਕਾ ਮਰ ਮਨ ਜਾਨਾ। ਇਹ ਭਾਈ ਆਪਣਾ ਆਪਣਾ ਜੋ ਆਤਮ ਸਰੂਪ ਹੈ, ਜਾਂ ਆਪ ਜੋ ਤਵੰਗ ਪਦ ਦਾ ਲੱਖ ਅਰਥ ਰੂਪ ਹੈ, ਅਤੇ ਆਪ ਜੋ ਤਤਪਦ ਦਾ ਲੱਖ ਅਰਥ ਰੂਪ ਹੈ, ਉਸ ਦਾ ਮਰਮ ਭੇਦ ਜਾਣਨਾ ਹੀ ਨਹੀਂ ਕੀਤਾ। ਜਾਂ ਇਸੇ ਪ੍ਰਕਾਰ ਆਪ ਕਾ ਮਰ ਮਨ ਜਾਨਾ। ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਸਰੂਪ ਦਾ ਭੇਦ ਹੀ ਨਹੀਂ ਜਾਣਨਾ ਕੀਤਾ। ਬਾਤ ਨਹੀਂ ਬੈਕੁੰਠ ਬਖਾਨਾ। ਐਵੇਂ ਗੱਲਾਂ ਬਾਤਾਂ ਨਾਲ ਹੀ ਸਵਰਗ ਵਿੱਚ ਵਸਣਾ ਤੁਸੀਂ ਕਥਨ ਕਰੀ ਜਾ ਰਹੇ ਹੋ। ਜਬ ਲਗ ਮਨਾ ਬੈਕੁੰਠ ਕੀ ਆਸ। ਇਹ ਭਾਈ, ਜਦੋਂ ਤੱਕ ਮਨ ਵਿੱਚ ਸਵਰਗ ਦੀ ਉਮੀਦ ਲੱਗੀ ਹੋਈ ਹੈ, ਤਬ ਲਗ ਨਾਹੀ ਚਰਨ ਨਿਵਾਸ। ਤਦੋਂ ਤੱਕ ਹਰੀ ਦੇ ਚਰਨ ਕਮਲਾਂ ਵਿੱਚ ਵਾਸਾ ਨਹੀਂ ਹੋਵੇਗਾ। ਜਾਂ ਅਨਵੇਂ ਕਰਕੇ ਜਬ ਦੀ ਜਗ੍ਹਾ ਤਬ ਤੇ ਤਬ ਦੀ ਜਗ੍ਹਾ ਜਬ ਲਾ ਕੇ ਅਰਥ ਇਉਂ ਹੀ ਬਣਦਾ ਹੈ। ਤਬ ਲਗ ਨਾਹੀ ਚਰਨ ਨਿਵਾਸ, ਜਬ ਲਗ ਮਨ ਬੈਕੁੰਠ ਕੀ ਆਸ। ਜਦੋਂ ਤੱਕ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਨਹੀਂ ਹੁੰਦਾ, ਤਦੋਂ ਤੱਕ ਮਨ ਵਿੱਚ ਬੈਕੁੰਠ ਆਦਿਕ ਅਨੇਕ ਪ੍ਰਕਾਰ ਦੀ ਆਸਾ ਲੱਗੀ ਰਹਿੰਦੀ ਹੈ। ਖਾਈ ਕੋਟਾ ਨਾ ਪਰਲ ਪਗਾਰਾ। ਇਹ ਭਾਈ, ਤੁਹਾਡੇ ਉਸ ਸਵਰਗ ਦਾ ਨਾ ਕੋਈ ਕਿਲਾ ਨਾ ਖਾਈ ਹੈ, ਅਤੇ ਨਾ ਹੀ ਉਹ ਵਿਸ਼ੇਸ਼ ਕਰਕੇ ਕਿਸੇ ਗਾਰੇ ਦੇ ਨਾਲ ਲਿਪਿਆ ਹੋਇਆ ਹੈ। ਅਰਥਾਤ ਜਿਸ ਸਵਰਗ ਦੀ ਤੁਸੀਂ ਗੱਲ ਪਏ ਕਰਦੇ ਹੋ, ਉਸ ਸਵਰਗ ਰੂਪ ਕਿਲੇ ਦੁਆਲੇ ਕਿਹੜੀ ਖਾਈ ਹੈ ਅਤੇ ਉਹ ਕਿਹੜੇ ਗਾਰੇ ਨਾਲ ਲਿਪਿਆ ਹੋਇਆ ਹੈ, ਇਸ ਬਾਰੇ ਤੁਹਾਨੂੰ ਕੁਝ ਪਤਾ ਹੀ ਨਹੀਂ ਹੈ। ਜਾਂ ਨਾ ਹੀ ਕੋਟ ਅਤੇ ਖਾਈ ਦਾ ਪਤਾ ਹੈ, ਅਤੇ ਨਾ ਹੀ ਪਰਲ ਬਸਤੀ, ਅਤੇ ਨਾ ਹੀ ਪਗਾਰਾ ਸ਼ਾਹੀ ਮਹਲ ਹੈ। ਨਾ ਜਾਨੋ ਬੈਕੁੰਠ ਦੁਆਰਾ। ਨਾ ਹੀ ਤੁਸੀਂ ਸਵਰਗ ਦਾ ਦਰਵਾਜ਼ਾ ਜਾਣਦੇ ਹੋ ਕਿ ਕਿੱਥੇ ਹੈ। ਕਹਿ ਕਮੀਰਾ ਅਬ ਕਹੀਆਂ ਕਾਹੇ। ਇੱਥੇ ਮੰਮੀ ਦੇ ਨਾਲ ਕਮੀਰ ਅੱਖਰ ਹੀ ਸ਼ੁੱਧ ਹੈ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਹੁਣ ਅਨਅਧਿਕਾਰੀਆਂ ਤਾਈਂ ਇਸ ਵਾਸਤੇ ਕਹਿਣਾ ਕਰੀਏ। ਸਾਧ ਸੰਗਤ ਬੈਕੁੰਠ ਆਹੇ। ਸਾਡੇ ਲਈ ਤਾਂ ਸਾਧ ਸੰਗਤ ਮਹਾਤਮਾ ਜਨਾਂ ਦੀ ਸੰਗਤ ਹੀ ਸਵਰਗ ਦੇ ਸਮਾਨ ਹੈ। ਕਿਉਂ ਲੀਜੈ ਗੜ ਬੰਕਾ ਪਾਈ। ਇਹ ਭਾਈ, ਇਹ ਸੰਸਾਰ ਰੂਪ ਟੇਢੇ ਕਿਲੇ ਨੂੰ ਕਿਵੇਂ ਲਿਆ ਜਾਵੇ, ਮਤਲਬ ਕਿਵੇਂ ਜਿੱਤਿਆ ਜਾਵੇ। ਜਾਂ ਟੇਢਤਾਈ ਵਾਲੇ ਵਿਸ਼ਿਆਂ ਵਿੱਚ ਚਲਾਉਣ ਵਾਲੇ
ਅਗਿਆਨ ਰੂਪ ਕਿਲੇ ਨੂੰ ਜਿੱਤਣ ਲਈ ਗਿਆਨ ਕਿਵੇਂ ਲਿਆ ਜਾਵੇ, ਜਾਂ ਜੋ ਤਿੰਨ ਸਰੀਰ ਰੂਪ ਟੇਢਾ ਕਿਲਾ ਹੈ ਇਸ ਨੂੰ ਕਿਵੇਂ ਲਿਆ ਜਾਵੇ, ਭਾਵ ਕਿਵੇਂ ਵਸ ਵਿੱਚ ਕੀਤਾ ਜਾਵੇ। ਦੋ ਵਰ ਕੋਟਾ ਅਰਤੀ ਵਰ ਖਾਈ। ਇਸ ਸਥੂਲ ਸਰੀਰ ਅੰਦਰ ਕਾਰਨ ਤੇ ਸੂਖਮ ਸਰੀਰ ਉਹ ਦੂਰਾ ਕਿਲਾ ਹੈ, ਅਤੇ ਜਾਗਰਤ ਸੁਪਨ ਤੇ ਸੁਖੋਪਤ ਅਵਸਥਾ ਰੂਪ ਤੇਰੀ ਖਾਈ ਹੈ, ਜਾਂ ਰਾਗ ਦੁਆਇਕ ਰੂਪ ਦੂਰਾ ਕਿਲਾ ਹੈ, ਅਤੇ ਤਿੰਨ ਗੁਣਾ ਰੂਪ ਤੇਰੀ ਖਾਈ ਹੈ। ਇਸੇ ਪ੍ਰਕਾਰ ਦੋ ਵਰ ਕੋਟਾ ਅਰਤੀ ਵਰ ਖਾਈ। ਅਗਿਆਨ ਦੀਆਂ ਦੋ ਸ਼ਕਤੀਆਂ ਅਸਤਵਾਪਾਦ ਅਤੇ ਅਪਾਨਾਪਾਦ, ਇਹ ਰੂਪ ਦੋਹਰਾ ਕਿਲਾ ਹੈ। ਤੇ ਸੁਤਵਿਤ ਲੋਕੀਖਣਾ ਵਾਸ਼ਨ ਰੂਪ ਤੇਰੀ ਖਾਈ ਹੈ, ਜਾਂ ਅਸਤ ਜੜ ਅਤੇ ਦੁੱਖ ਰੂਪ ਮਾਇਆ ਤੇਰੀ ਖਾਈ ਦੀ ਨਿਆਈ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਪਾਂਚ ਪਚੀਸਾ ਮੋਹ ਮਦ ਮਤ ਸਰ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜ ਵਿਕਾਰ ਯੋਧੇ ਨੇ। 25 ਪ੍ਰਕਿਰਤੀਆਂ ਰੂਪ ਫੌਜ ਹੈ। ਮੋਹ ਅਤੇ ਹੰਕਾਰ ਰੂਪ ਜਰਨੈਲ ਨੇ। ਮਤਸਰ ਈਰਖਾ ਰੂਪ ਸੈਨਾਪਤੀ ਹੈ। ਆਡੀ ਪਰ ਬਲ ਮਾਇਆ ਅਤੇ ਵਿਸ਼ੇਸ਼ ਬਲ ਵਾਲੀ ਮਾਇਆ ਆਡੀ ਛਵੀ ਲੰਮੇ ਗੰਡਾਸੇ ਦੀ ਨਿਆਈ ਹੈ, ਜਾਂ ਬਲ ਵਾਲੀ ਮਾਇਆ ਆਡੀ ਆੜ ਮੋਰਚੇ ਕੇ ਕੀਤੀ ਹੋਈ ਓਟ ਰੂਪ ਵਟ ਕਿਲੇ ਦੀ ਖਾਈ ਤੋਂ ਪਾਰ ਉੱਚੀ ਵਟ ਦੀ ਨਿਆਈ ਹੈ। ਜੋ 25 ਪ੍ਰਕਿਰਤੀਆਂ ਇੰਜ ਦੱਸਦੇ ਨੇ। ਜਿਹੜੇ ਪੰਜ ਤੱਤ ਨੇ ਪ੍ਰਿਥਵੀ, ਜਲ, ਅੱਗ, ਹਵਾ ਅਤੇ ਆਕਾਸ਼। ਜਿਹੜਾ ਪ੍ਰਿਥਵੀ ਤੱਤ ਹੈ, ਹੱਡ ਇਹਦੇ ਤੋਂ ਬਣੇ ਨੇ। ਹੱਡ ਇਹਦਾ ਮੁੱਖ ਭਾਗ ਹੈ, ਤੇ ਇਹਦੇ ਵਿੱਚ ਬਾਕੀ ਜਲ ਤੋਂ ਮਾਸ, ਅੱਗ ਤੋਂ ਨਾੜੀਆਂ, ਤੇ ਹਵਾ ਤੋਂ ਚਮੜੀ, ਤੇ ਆਕਾਸ਼ ਤੋਂ ਰੋਮ ਨੇ। ਫਿਰ ਜਿਹੜਾ ਜਲ ਹੈ ਇਹਦਾ ਮੁੱਖ ਭਾਗ ਹੈ ਰੁਦਰ, ਖੂਨ, ਤੇ ਬਾਕੀ ਮੁੱਖ ਭਾਗ ਹੈ ਬੀਰਜ, ਤੇ ਬਾਕੀ ਜਿਹੜਾ ਖੂਨ ਹੈ ਇਹ ਪ੍ਰਿਥਵੀ ਦਾ ਭਾਗ ਦੇ ਵਿੱਚ ਹੈ। ਪਿੱਤ ਅੱਗ ਦਾ ਭਾਗ ਹੈ। ਮੁੜਕਾ ਹਵਾ ਦਾ ਭਾਗ ਹੈ। ਲਾਰ ਆਕਾਸ਼ ਦਾ ਭਾਗ ਹੈ। ਤੀਜਾ ਤੱਤ ਹੈ ਅੱਗ। ਅੱਗ ਦਾ ਮੁੱਖ ਭਾਗ ਹੈ ਸ਼ੁੱਧਾ, ਭੁੱਖ ਲੱਗਣੀ। ਬਾਕੀ ਪ੍ਰਿਥਵੀ ਦਾ ਭਾਗ ਆਲਸ, ਜਲ ਦਾ ਭਾਗ ਮੁੱਖ ਪ੍ਰਭਾ, ਹਵਾ ਦਾ ਭਾਗ ਪਿਆਸ, ਆਕਾਸ਼ ਦਾ ਭਾਗ ਇਹਦੇ ਚ ਨਿੰਦਰਾ ਹੈ। ਚੌਥਾ ਤੱਤ ਹੈ ਹਵਾ, ਇਹਦਾ ਮੁੱਖ ਭਾਗ ਹੈ ਦੌੜਨਾ। ਪ੍ਰਿਥਵੀ ਵਾਲਾ ਭਾਗ ਸੰਕੋਚਨਾ, ਜਲ ਦਾ ਭਾਗ ਚੱਲਣਾ, ਅੱਗ ਦਾ ਭਾਗ ਕੁੱਦਣਾ, ਤੇ ਆਕਾਸ਼ ਦਾ ਭਾਗ ਪਸਰਨਾ ਹੈ। ਪੰਜਵਾਂ ਤੱਤ ਹੈ ਆਕਾਸ਼, ਇਹਦਾ ਮੁੱਖ ਭਾਗ ਹੈ ਸੀਸ। ਪ੍ਰਿਥਵੀ ਵਾਲਾ ਭਾਗ ਕਮਰ, ਜਲ ਦਾ ਭਾਗ ਉਦਰ, ਅੱਗ ਦਾ ਭਾਗ ਹਿਰਦਾ, ਹਵਾ ਦਾ ਭਾਗ ਕੰਠ ਹੈ। ਇਉਂ ਪਾਂਚ 25 ਮੋਹ ਮਦ ਮਤਸਰ, ਪੰਜ ਕਾਮਦ, 25 ਪ੍ਰਕਿਰਤੀਆਂ ਨੂੰ ਫੌਜ ਹੈ। ਮੋਹ ਤੇ ਹੰਕਾਰ ਰੂਪੀ ਜਰਨੈਲ ਨੇ। ਆਡੀ ਪਰਮਨ ਮਾਇਆ ਈਰਖਾ ਰੂਪ ਸੈਨਾਪਤੀ, ਤੇ ਵਿਸ਼ੇਸ਼ ਬਲ ਵਾਲੀ ਮਾਇਆ
ਲੰਮੇ ਗੰਡਾਸੇ ਦੀ ਤਰ੍ਹਾਂ ਜੋ ਸਭਨਾਂ ਨੂੰ ਦਗੜਦੀ ਮਗੜਦੀ ਵੱਢੀ ਜਾ ਰਹੀ ਹੈ। ਜਾਨ ਗਰੀਬ ਕੋ ਜੋਰ ਨਾ ਪਹੁੰਚਾਏ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਮੈਂ ਗਰੀਬ ਦਾਸ ਦਾ ਐਸੀ ਕਿਲੇ ਉੱਪਰ ਬਲ ਨਹੀਂ ਪਹੁੰਚਦਾ, ਇਸ ਲਈ ਕਹਾਂ ਕਰੋ ਰਘੁਰਾਇਆ। ਇਹ ਰਘੂਆਂ ਦੀ ਕੁਲ ਦੇ ਰਾਜਾ ਪਾਕ ਪ੍ਰਭੂ, ਇਸ ਲਈ ਮੈਂ ਕੀ ਕਰਾਂ ਜੀ। ਕਾਮ ਕੇ ਵਾਰੀ ਦੁਖ ਸੁਖ ਦਰਵਾਨੀ। ਉਸ ਕਿਲੇ ਦੇ ਕਾਮਨਾਮਾ ਰੂਪ ਤਖਤੇ ਨੇ, ਜਿਵੇਂ ਦੋ ਦਰਵਾਜ਼ਿਆਂ ਨੂੰ ਬੰਦ ਕਰਕੇ ਵਿੱਚ ਤਖਤੀ ਲਾ ਦਿੱਤੀ ਜਾਂਦੀ ਹੈ, ਪਾਪ ਕੁੰਡਾ ਬੰਦ ਕਰ ਦਿੱਤਾ ਜਾਂਦਾ ਹੈ, ਇਉਂ ਕਾਮ ਤਖਤੀ ਦੀ ਤਰ੍ਹਾਂ ਹੈ ਜਾਂ ਬਾਰੀ ਦਾ ਪਹਿਰੇਦਾਰ ਕਾਮ ਹੈ। ਦੁੱਖ ਅਤੇ ਸੁੱਖ ਡਿਉੜੀਦਾਰ ਹਨ। ਪਾਪ ਪੁੰਨ ਦਰਵਾਜਾ। ਪਾਪ ਅਤੇ ਪੁੰਨ ਦਰਵਾਜ਼ੇ ਬਣੇ ਹੋਏ ਹਨ। ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ। ਗੁੱਸਾ ਪ੍ਰਧਾਨ ਸਾਹਿਬ ਬਣਿਆ ਹੋਇਆ, ਮੁਖੀ ਚੌਧਰੀ ਬਣੀ ਬੈਠਾ ਹੈ, ਜੋ ਬਹੁਤ ਵੱਡੀ ਡੰਡ ਰੌਲੀ ਪਾਈ ਰੱਖਦਾ, ਲੜਾਈ ਪਾਉਣ ਵਾਲਾ ਝਗੜਾਲੂ ਹੈ। ਤਹੈ ਮਨ ਮਾਵਾਸੀ ਰਾਜਾ। ਉਥੇ ਕਿਲੇ ਦੇ ਅੰਦਰ ਆਕੀ ਅਸਥਾਨ ਵਿੱਚ ਮਨ ਰਾਜਾ ਹੋ ਕੇ ਬੈਠਾ ਹੋਇਆ ਹੈ। ਸਵਾਦ ਸਨਾਹ ਡੋਬ ਮਮਤਾ ਕੋ। ਸ਼ਬਦ ਸਪਰਸ਼ਾਦਿਕ ਵਿਸ਼ਿਆਂ ਦੇ ਸਵਾਦ ਰਸ ਰੂਪੀ ਸਰੀਰ ਉੱਪਰ ਸੰਜੋ ਪਹਿਨੀ ਹੋਈ ਹੈ। ਮਮਤਾ ਦਾ ਸਿਰ ਉੱਪਰ ਲੋਹੇ ਦਾ ਟੋਪ ਪਹਿਨਿਆ ਹੈ। ਕਬੁੱਧ ਕਮਾਨ ਚੜਾਈ। ਕੋਟੀ ਬੁੱਧ ਰੂਪ ਕਮਾਨ ਚੜਾਈ ਹੋਈ ਹੈ। ਤਿਸਨ ਤੀਰ ਰਹੇ ਕੱਢ ਭੀਤਰ। ਕ੍ਰਿਸ਼ਨ ਰੂਪ ਤੀਰ ਹਿਰਦੇ ਦੇ ਵਿੱਚ ਹੀ ਮਿੰਨ ਰਹੇ ਹਨ। ਕਿਉਂ ਗੰਢ ਲਿਓ ਨਾ ਜਾਈ। ਇੰਜ ਇਹ ਸਰੀਰ ਰੂਪੀ ਕਿਲਾ, ਅਗਿਆਨ ਰੂਪੀ ਕਿਲਾ ਲਿਆ ਨਹੀਂ ਜਾਂਦਾ, ਜਿੱਤਿਆ ਨਹੀਂ ਜਾਂਦਾ ਹੈ। हे ਕਬੀਰ ਜੀ, ਇਸ ਨੂੰ ਜਿੱਤਣ ਦਾ ਕੋਈ ਸਾਧਨ ਦੱਸੋ। ਤਾਂ ਕਬੀਰ ਸਾਹਿਬ ਜੀ ਅੰਤਰੀਵ ਸਾਧਨ ਫਰਮਾਨ ਕਰਦੇ ਨੇ। ਪ੍ਰੇਮ ਪਲੀਤਾ ਸੁਰਤ ਹਵਾਈ। ਇਹ ਭਾਈ, ਅਸੀਂ ਤਾਂ ਪ੍ਰੇਮ ਰੂਪੀ ਪਲੀਤਾ ਤੋਪ ਨੂੰ ਅੱਗ ਦੇਣ ਦਾ ਜਿਹੜਾ ਤੋੜਾ, ਜਿਹੜਾ ਉਹ ਪਟਾਕਿਆਂ ਦੇ ਵਿੱਚ ਦੀ ਅੱਗੇ ਅੱਗ ਲਾਉਣ ਵਾਲਾ ਤੋੜਾ ਕੱਢਿਆ ਹੁੰਦਾ, ਇਸ ਤਰ੍ਹਾਂ ਜਿਹੜਾ ਧੂਪ ਦੇ ਵਿੱਚ ਦੀ ਤੋੜਾ ਕੱਢਿਆ ਹੋਇਆ ਪਲੀਤਾ ਤੇ ਸੁਰਤ ਹਵਾਈ ਬਿਰਤੀ ਸ੍ਰੇਸ਼ਟ ਪ੍ਰੀਤੀ ਰੂਪ ਹਵਾਈ ਧੂਪ ਬਣਾਉਣਾ ਕੀਤੀ ਹੈ। ਗੋਲਾ ਗਿਆਨ ਚਲਾਇਆ। ਇਸ ਬਿਰਤੀ ਰੂਪ ਜਾਂ ਸ੍ਰੇਸ਼ਟ ਪ੍ਰੀਤੀ ਰੂਪ ਧੂਪ ਦੇ ਵਿੱਚ ਗਿਆਨ ਰੂਪੀ ਗੋਲਾ ਪਾ ਕੇ ਚਲਾਉਣਾ ਕੀਤਾ ਹੈ। ਬ੍ਰਹਮ ਅਗਨ ਸਹਿਜੇ ਪਰ ਜਾਲੀ। ਉਸ ਗੋਲੇ ਨੂੰ ਸਹਿਜ ਅਵਸਥਾ ਵਿੱਚ ਪਹੁੰਚ ਕੇ ਬ੍ਰਹਮ ਅਭਿਆਸ ਰੂਪ ਅੱਗ ਪਰ ਜਾਲੀ ਪਰ ਵਿਸ਼ੇਸ਼ ਕਰਕੇ ਜਲਾਉਣਾ ਕੀਤੀ ਹੈ। ਇੱਕ ਚੋਟ ਸਜਾਇਆ। ਇਸ ਇੱਕ ਚੋਟ ਨਾਲ ਹੀ ਅਸਾਂ ਨੇ ਇਹ ਮਨ ਜੀਤਾ ਜਗ ਜੀਤ। ਮਨ ਸਿਓ ਜੂਝ ਮਰੇ ਪ੍ਰਭ ਪਾਏ। ਮਨ ਰੂਪੀ ਕਲੇ ਨੂੰ ਜਿੱਤ ਲਿਆ ਹੈ। ਇਹ ਕਬੀਰ ਜੀ, ਤੁਹਾਡੇ ਨਾਲ ਕੋਈ ਸੂਰਮੇ ਵੀ ਸਨ ਤਾਂ ਫਰਮਾਉਂਦੇ ਨੇ। ਸਤ ਸੰਤੋਖ ਲੈ ਲਰਨੀ ਲਾਗਾ। ਇਹ ਭਾਈ, ਮੈਂ ਸਤ ਸੰਤੋਖ ਦਇਆ ਧਰਮ ਵਿਚਾਰ ਵਿਵੇਕ ਰੂਪ ਸੂਰਮੇ ਨਾਲ ਲੈ ਕੇ ਉਹਨਾਂ ਨਾਲ ਲੜਨ ਲੱਗਾ ਸੀ। ਤੋਰੇ ਦੋਇ ਦਰਵਾਜ਼ਾ। ਅਤੇ
ਪਾਪਨ ਰੂਪ ਦੋਵੇਂ ਦਰਵਾਜ਼ੇ ਤੋੜ ਦਿੱਤੇ ਸਨ। ਸਾਧ ਸੰਗਤ ਯਾਰ ਗੁਰ ਕੀ ਕਿਰਪਾ ਤੇ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਅਤੇ ਗੁਰਾਂ ਦੀ ਮਿਹਰ ਹੋਣ ਤੋਂ ਪਕਰਿਓ ਗੰਢ ਕੋ ਰਾਜਾ। ਸਰੀਰ ਰੂਪ ਕਿਲੇ ਦਾ ਰਾਜਾ ਮਨ ਪਕੜ ਲਿਆ, ਭਾਵ ਮਨ ਆਪਣੇ ਅਧੀਨ ਕਰ ਲਿਆ। ਭੰਗਵਤ ਪੀਰ ਸਗਤ ਸਿਮਰਨ ਕੀ। ਮੈਂ ਪਹਿਲਾਂ ਪੀਰ ਕਾਇਰ ਸੀ, ਗਰੀਬ ਸੀ, ਪਰ ਭਗਵਤ ਭਗਵਾਨ ਦੇ ਸਿਮਰਨ ਦੀ ਸ਼ਕਤੀ ਨੇ ਜੋ ਕੱਟੀ ਕਾਲ ਪੈ ਫਾਸੀ। ਮੇਰੀ ਯਮਰਾਜ ਦੇ ਡਰ ਦੀ ਫਾਹੀ ਕੱਟ ਦਿੱਤੀ ਹੈ, ਜਾਂ ਪਰਮਾਤਮਾ ਦੀ ਭਗਤੀ ਰੂ ਬਰਸ਼ੀ ਲੈ ਕੇ ਅਤੇ ਸ਼ੁਭ ਗੁਣਾਂ ਰੂ ਯੋਧਿਆਂ ਦੀ ਭੀੜ ਵਿੱਚ ਮਿਲ ਕੇ ਕਾਲ ਦੇ ਭੈ ਦੀ ਫਾਹੀ ਕੱਟ ਦਿੱਤੀ ਹੈ। ਦਾਸ ਕਮੀਰਾ ਚੜਿਓ ਕੜੀ ਉੱਪਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਮੈਂ ਜਨ ਹੁਣ ਸਰੀਰ ਰੂਪ ਅਗਿਆਨ ਰੂਪ ਕਿਲੇ ਦੇ ਉੱਤੇ ਚੜ ਗਿਆ ਹਾਂ, ਭਾਵ ਸਰੀਰ ਅਗਿਆਨ ਨੂੰ ਵਸ ਕਰ ਲਿਆ ਹੈ। ਰਾਜ ਲਿਓ ਅਬਨਾਸੀ। ਅਤੇ ਨਾਸ਼ ਤੋਂ ਰਹਿਤ ਪਰਮਾਤਮਾ ਦੀ ਪ੍ਰਾਪਤੀ ਰੂਪ ਰਾਜ ਲੈਣਾ ਕੀਤਾ ਹੈ। ਗੰਗ ਗੁਸਾਇਨ ਗਹਿਰ ਗੰਭੀਰ। ਜਿਸ ਵਕਤ ਭਗਤ ਕਬੀਰ ਜੀ ਨੇ ਬਚਨ ਕੀਤੇ ਕਿ ਅਸੀਂ ਅਬਨਾਸੀ ਰਾਜ ਦੀ ਪ੍ਰਾਪਤੀ ਕੀਤੀ ਹੈ, ਤਦੋਂ ਕੁਝ ਵਿਰੋਧੀਆਂ ਨੇ ਸਿਕੰਦਰ ਲੋਧੀ ਦੇ ਪਾਸ ਜਾ ਕੇ ਭਗਤ ਕਬੀਰ ਸਾਹਿਬ ਜੀ ਦੀ ਸ਼ਿਕਾਇਤ ਕੀਤੀ। ਜੋ ਸਮੇਂ ਕਾਸ਼ੀ ਬਨਾਰਸ ਵਿੱਚ ਆਇਆ ਹੋਇਆ ਸੀ, ਉਹਨਾਂ ਨੇ ਕਿਹਾ ਕਿ ਹੇ ਰਾਜਨ, ਉਹ ਕਬੀਰ ਜੁਲਾ ਹੈ ਤਾਂ ਤੇਰੇ ਰਾਜ ਲੈਣ ਦੀਆਂ ਗੱਲਾਂ ਕਰਦਾ ਪਿਆ ਹੈ, ਕਿਉਂਕਿ ਉਸਨੇ ਬੇਅੰਤ ਚੇਲੇ ਸ਼ਰਧਾਲੂ ਤਿਆਰ ਕੀਤੇ ਹੋਏ ਨੇ। ਇਸ ਬਾਰੇ ਤੁਹਾਨੂੰ ਕੋਈ ਵਿਚਾਰ ਕਰਨੀ ਚਾਹੀਦੀ ਹੈ। ਤਦੋਂ ਰਾਜੇ ਨੇ ਜੰਜੀਰਾਂ ਨਾਲ ਬੰਨ੍ਹ ਕੇ ਕਬੀਰ ਸਾਹਿਬ ਜੀ ਨੂੰ ਗੰਗਾ ਵਿੱਚ ਸੁੱਟਣ ਦਾ ਹੁਕਮ ਦੇ ਦਿੱਤਾ, ਕਿਉਂਕਿ ਰਾਜੇ ਲੋਕ ਬੁੱਧੂ ਹੁੰਦੇ ਨੇ, ਮੂਰਖ ਹੁੰਦੇ ਨੇ। ਇਹਨਾਂ ਨੂੰ ਜਿਹੜੇ ਸਲਾਹਾਂ ਦੇਣ ਵਾਲੇ ਨੇ ਉਹ ਵੀ ਪੁੱਠੀਆਂ ਹੀ ਦਿੰਦੇ ਨੇ, ਇਹ ਆਪਦੇ ਦਿਮਾਗ ਤੋਂ ਕੰਮ ਨਹੀਂ ਲੈਂਦੇ। ਅੰਨੇ ਹੁੰਦੇ ਨੇ, ਬੋਲੇ ਹੁੰਦੇ ਨੇ, ਨਾ ਕੁਝ ਸੁਣਦੇ ਨੇ ਨਾ ਕੁਝ ਵੇਖਦੇ ਨੇ। ਕਿਸੇ ਦਾ ਵੀ ਫੋਨ ਤੁਸੀਂ ਕਰ ਦਿਓ, ਝੱਟ ਫੌਜ ਚੜ ਕੇ ਆ ਜਾਊਗੀ। ਇਹ ਨਹੀਂ ਵੇਖਣਗੇ ਵੀ ਬੰਦਾ ਗਲਤ ਹੈ ਕਿ ਸਹੀ ਹੈ। ਫੋਨ ਕਰਨ ਵਾਲਾ ਈਰਖਾਲੂ ਵੀ ਹੋ ਸਕਦਾ, ਤੁਹਾਡੀ ਗੱਲ ਨਹੀਂ ਮੰਨੀ ਜਾਊਗੀ। ਜਿੰਨੇ ਚੁਗਲੀ ਮਾਰੀ ਹੈ ਚੁਗਲਖੋਰ ਦੀ ਜੈ। ਕਲਯੁਗ ਦਾ ਜੋ ਜ਼ਮਾਨਾ ਇਸ ਤਰ੍ਹਾਂ, ਇਹ ਰਾਜੇ ਕਲਯੁਗੀ ਨੇ। ਕਾਜੀ ਮੁਲਾ ਨੇ, ਬ੍ਰਾਹਮਣ ਤੇ ਰਾਜੇ ਦੀਆਂ ਫੌਜਾਂ ਨੇ, ਜਿਹੜੇ ਪਹਿਲਾਂ ਹੀ ਚਾਹੁੰਦੇ ਸੀਗੇ ਭਗਤ ਕਬੀਰ ਜੀ ਨੂੰ ਬੰਨ੍ਹ ਕੇ ਉਹਨਾਂ ਗੰਗਾ 'ਚ ਸੁੱਟ ਦਿੱਤਾ, ਪਰ ਗੰਗਾ ਨੇ ਭਗਤ ਜੀ ਨੂੰ ਡੁੱਬਿਆ ਨਾ। ਭਗਤ ਜੀ ਸਹੀ ਸਲਾਮਤ ਬਾਹਰ ਆ ਗਏ। ਰਾਜੇ ਨੇ ਭਗਤ ਜੀ ਨੂੰ ਨਮਸਕਾਰ ਕੀਤੀ। ਉਸ ਵੇਲੇ ਸੇਵਕਾਂ ਨੇ ਪੁੱਛਿਆ ਕਿ ਭਗਤ ਜੀ, ਗੰਗਾ ਤਾਂ ਬਹੁਤ ਡੂੰਘੀ ਹੈ, ਗੰਗਾ ਵਿੱਚ ਤੁਹਾਡੀ ਕੀ ਹਾਲਤ ਹੋਈ? ਤਦੋਂ ਸੇਵਕਾਂ ਦੇ ਪੁੱਛਣ ਤੋਂ ਭਗਤ ਕਬੀਰ ਸਾਹਿਬ ਜੀ ਪਰਮਾਤਮਾ ਪਰ ਪੂਰਨ ਨਿਸ਼ਚਾ ਪ੍ਰਪਾ ਕਰਾਉਂਦੇ ਇੰਜ ਕਥਨ ਕਰਦੇ ਨੇ ਕਿ ਗੰਗ ਗੁਸਾਇਨ ਗਹਿਰ ਗੰਭੀਰ। ਗੁਸਾਈ ਦੀ ਘਰ ਵਾਲੀ ਇਹ ਭਾਈ ਗੰਗਾ ਗਾੜੀ ਡੂੰਗੀ ਹੈ ਜਾਂ ਗਹਿਰ ਗੰਭੀਰ ਅਤਿਅੰਤ ਡੂੰਗੀ ਹੈ। ਜੰਜੀਰ ਬਾਂਧ ਕਰ ਖਾਰੇ ਕਬੀਰ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ ਉਸ ਗੰਗਾ ਵਿੱਚ ਸਾਨੂੰ ਸੰਗਲਾਂ ਦੇ ਨਾਲ ਬੰਨ ਕਰਕੇ ਰਾਜੇ ਦੇ ਸਿਪਾਹੀ ਆਦਿ ਸੋ ਖੜੇ ਮਤਲਬ ਲੈ ਗਏ। ਇਹ ਸਾਡੀ ਮਾਝੇ ਦੀ ਬੋਲੀ ਹੈ। ਫਲਾਣੀ ਚੀਜ਼ ਤੂੰ ਖੜੀ ਕਿ ਨਹੀਂ ਖੜੀ, ਤਾਂ ਖੜਨਾ ਹੈ,
ਪਰ ਮਾਝੇ ਦੀ ਬੋਲੀ ਲਿਜਾਣਾ ਸਾਨੂੰ ਉਹ ਲੈ ਗਏ। ਮਨ ਨ ਡਿਗਾਏ ਤਨ ਕਾਹੇ ਕਉ ਡਰਾਏ। ਤਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਜਦ ਸਾਡਾ ਮਨ ਹੀ ਪਰਮਾਤਮਾ ਵੱਲੋਂ ਡਿੱਗਦਾ ਨਹੀਂ ਹੈ, ਭਾਵ ਪਰਮਾਤਮਾ ਦੇ ਸਿਮਰਨ ਵਿੱਚ ਇਕਾਗਰ ਹੈ, ਫਿਰ ਤੁਸੀਂ ਸਾਡੇ ਸਰੀਰ ਨੂੰ ਕਾਹਦੇ ਵਾਸਤੇ ਡਰਾਉਂਦੇ ਪਏ ਹੋ। ਚਰਨ ਕਮਲ ਚਿਤ ਰਹਿਓ ਸਮਾਏ। ਪਰਮਾਤਮਾ ਦੇ ਚਰਨ ਕਮਲਾਂ ਵਿੱਚ ਸਾਡਾ ਚਿੱਤ, ਸਾਡਾ ਮਨ ਲੀਨ ਹੋ ਰਿਹਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਗੰਗਾ ਕੀ ਲਹਿਰਾ ਮੇਰੀ ਟੁੱਟੀ ਜੰਜੀਰਾਂ। ਇਹ ਭਾਈ ਗੰਗਾ ਦੀਆਂ ਤਰੰਗਾਂ ਵਿੱਚ ਡੁੱਬਣ ਦੇ ਥਾਂ ਸਾਡੀਆਂ ਜੰਜੀਰਾਂ ਸੰਗਲ ਹੀ ਟੁੱਟ ਗਏ, ਜੰਜੀਰਾਂ ਟੁੱਟ ਗਈਆਂ। ਮ੍ਰਿਗ ਛਾਲਾ ਪਰ ਬੈਠੇ ਕਬੀਰਾ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਗੰਗਾ ਦੀਆਂ ਲਹਿਰਾਂ ਦੇ ਉੱਪਰ ਇੰਜ ਬੈਠ ਗਏ ਜਿਵੇਂ ਮ੍ਰਿਗਸ਼ਾਲਾ ਦੇ ਉੱਪਰ ਬੈਠੇ ਹੋਈਦਾ ਹੈ, ਜਾਂ ਗੰਗਾ ਵਿੱਚ ਰੂੜੀ ਆਉਂਦੀ, ਮ੍ਰਿਗਸ਼ਾਲਾ ਦੇ ਉੱਪਰ ਬੈਠ ਗਏ, ਜਾਂ ਗੰਗਾ ਵਿੱਚ ਰੂੜੀ ਆਉਂਦੀ, ਲੱਕੜ ਉੱਪਰ ਮ੍ਰਿਗਸ਼ਾਲਾ ਦੇ ਉੱਪਰ ਬੈਠਣ ਵਾਂਗ ਅਸੀਂ ਬੈਠ ਗਏ। ਕਹੈ ਕਬੀਰਾ ਕਉ ਸੰਗ ਨ ਸਾਥ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਭਾਈ, ਅਸਾਂ ਨੇ ਇਹ ਨਿਸ਼ਚੈ ਕੀਤਾ ਹੈ ਕਿ ਨਾ ਕੋਈ ਇਸ ਲੋਕ ਦਾ ਸੰਗੀ ਹੈ ਅਤੇ ਨਾ ਹੀ ਕੋਈ ਪਰਲੋਕ ਦੇ ਵਿੱਚ ਸਾਥ ਨਿਭਾਉਣ ਵਾਲਾ ਹੈ। ਜਲ ਥਲ ਰਾਖਨ ਹੈ ਰਘੁਨਾਥ। ਸਾਰੀਆਂ ਪਾਣੀ ਵਾਲੀਆਂ ਜਗ੍ਹਾ ਅਤੇ ਖੁਸ਼ਕ ਥਾਵਾਂ ਦੇ ਵਿੱਚ ਕੇਵਲ ਰਘੂਆਂ ਦੀ ਕੁਲ ਦਾ ਮਾਲਕ ਜਾਂ ਰਗ ਇੰਦਰੀਆਂ ਨੂੰ ਨਾਥ ਨੱਥ ਕੇ ਚਲਾਉਣ ਵਾਲਾ ਚੇਤਨ ਪ੍ਰਭੂ ਹੀ ਰੱਖਿਆ ਕਰਨ ਵਾਲਾ ਹੈ। ਪੈਰੋਂ ਕਬੀਰ ਜੀਓ। ਪੈਰੋਂ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਅਸ਼ਟਪਦੀ ਕਰ ਦੂਜਾ। ਦੂਸਰੇ ਸੁਰ ਤਾਲ ਦੇ ਵਿੱਚ 8 ਪਦੀਆਂ ਵਾਲੀ ਗੁਰਬਾਣੀ ਉਚਾਰਨ ਕਰਦੇ ਹਨ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਅਗਮ ਦ੍ਰੁਗਮ ਗੜ ਰਚਿਓ ਬਾਸ। ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਵਿੱਚ ਕਥਨ ਕਰਦੇ ਨੇ ਕਿ ਇਸ ਦੇਹ ਦੇ ਅੰਦਰ ਹੀ ਪਰਮਾਤਮਾ ਪਰਿਪੂਰਨ ਹੋ ਰਿਹਾ ਅਤੇ ਉਸ ਦੀ ਪ੍ਰਾਪਤੀ ਤੋਂ ਬਾਅਦ ਜੋ ਹੋਣ ਵਾਲਾ ਆਨੰਦ ਜਾਂ ਪ੍ਰਕਾਸ਼ ਉਹ ਨਿਰੂਪਣ ਕਥਨ ਕਰਦੇ ਨੇ। ਅਗਮ, ਹੇ ਭਾਈ, ਮਨ ਦੇ ਸੰਕਲਪ ਵਿਕਲਪਾਂ ਦੀ ਗਮਤਾ ਤੋਂ ਰਹਿਤ ਪਰਮਾਤਮਾ ਨੇ ਆਪਣੇ ਬਾਸ ਵਸਣ ਦੇ ਲਈ ਇਹ ਸੰਸਾਰ ਰੂਪ, ਸਰੀਰ ਰੂਪ, ਹਿਰਦਾ ਰੂਪ ਜਾਂ ਦਸਮ ਦਵਾਰ ਰੂਪ ਦੁਰਗਮ ਕਠਨ ਗੜ ਕਿਲਾ ਰਚਨਾ ਕੀਤਾ ਹੈ। ਚਾਮ ਹੈ ਜੋਤ ਕਰੇ ਪਰਗਾਸ। ਜਿਸ ਕਿਲੇ ਦੇ ਵਿੱਚ ਉਸ ਪ੍ਰਭੂ ਦੀ ਸੱਤਾ ਰੂਪ ਜੋਤ ਚਾਨਣ ਕਰ ਰਹੀ ਹੈ ਜਾਂ ਚੇਤਨ ਪ੍ਰਕਾਸ਼ ਕਰ ਰਿਹਾ ਹੈ। ਬਿਜਲੀ ਚਮਕਾ ਹੋਏ ਆਨੰਦ। ਜਦੋਂ ਜੋਗੀ ਪੁਰਖ ਦੇ ਦਸਮ ਦੁਆਰ ਦੇ ਵਿੱਚ ਬਿਜਲੀ ਦੀ ਤਰ੍ਹਾਂ ਜੋਤ ਚਮਕਦੀ ਹੈ, ਭਾਵ ਦਸਮ ਦੁਆਰ ਵਿੱਚ ਪ੍ਰਕਾਸ਼ ਦਿਸਦਾ ਹੈ, ਤਦੋਂ ਜੋਗੀ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਪ੍ਰਕਾਰ ਬਿਜਲੀ ਚਮਕਾ ਹੋਏ ਆਨੰਦ। ਜਦੋਂ ਅੰਤਿ
ਅੰਤःਕਰਨ ਦੇ ਅੰਦਰ ਸਤੋਮੈ ਬਿਰਤੀ ਵਿੱਚ ਪ੍ਰਭੂ ਦੀ ਜੋਤ ਦਾ ਬਿਜਲੀ ਵਾਂਗ ਚਮਕਾਰਾ ਪੈਂਦਾ ਹੈ। ਤਦੋਂ ਨਾਮ ਅਭਿਆਸੀ ਪੁਰਖ ਬਹੁਤ ਆਨੰਦ ਦੇ ਸਹਿਤ ਹੋ ਜਾਂਦਾ ਹੈ। ਇਸੇ ਪ੍ਰਕਾਰ ਬਿਜਲੀ ਚਮਕੈ ਹੋਏ ਆਨੰਦ, ਜਦੋਂ ਚੇਤਨ ਸੱਤਾ ਰੂਪ ਬਿਜਲੀ ਦਾ ਚਮਕਾਰਾ ਪੈਂਦਾ ਹੈ ਤਦੋਂ ਤਤ ਬੇਤੀਆਂ ਦੇ ਮਨ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ। ਇਹ ਜੋ ਵਾਹਿਗੁਰੂ ਨਾਮ ਹੈ ਇਹੀ ਬਿਜਲੀ ਹੈ। ਸੋ ਜਿਵੇਂ ਬਿਜਲੀ ਦੇ ਨਾਲ ਫਲੋਰਸੈਂਟ ਟਿਊਬਾਂ ਜਗਦੀਆਂ ਨੇ, ਇਹ ਮਹਾਰਾਜ ਦਾ ਨਾਮ ਚਿੱਟਾ ਪ੍ਰਕਾਸ਼ ਜਗਮਗ ਜਗਮਗ ਕਰ ਰਿਹਾ, ਗੁਰਬਾਣੀ ਦੇ ਅੱਖਰ ਵੀ। ਸੋ ਇਹ ਵੀ ਇੱਕ ਬਿਜਲੀ ਹੋਈ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਲਿਖਣ ਦੇ ਵਿੱਚ ਤਾਂ ਅੱਖਰ ਕਾਲੇ ਨੇ ਪਰ ਹੈ ਬਿਜਲੀ ਦੀ ਤਰ੍ਹਾਂ ਉਜਲ ਪ੍ਰਕਾਸ਼ ਵਾਲੇ। ਜਿਹ ਪੌੜੇ ਪ੍ਰਭ ਬਾਲ ਗੋਬਿੰਦ, ਜਿੱਥੇ ਹਿਰਦੇ ਦਸਮ ਦੁਆਰ ਰੂਪ ਕਿਲੇ ਵਿੱਚ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਪਰਮਾਤਮਾ ਪਾਲ ਰੂਪ ਹੋ ਕੇ ਬਿਰਾਜਮਾਨ ਹੋ ਰਿਹਾ, ਇਹ ਬਹੁਤ ਬਲ ਵਾਲਾ ਪਿਆਰਾ ਪ੍ਰਭੂ ਸਾਖਿਆਤਕਾਰ ਹੋ ਰਿਹਾ ਹੈ। ਇਹੋ ਜੀਉ ਰਾਮ ਨਾਮ ਲਿਵ ਲਾਗੈ। ਇਹ ਭਾਈ ਜਦੋਂ ਇਸ ਜੀਵ ਦੀ ਐਸੇ ਪਰਮਾਤਮਾ ਦੇ ਨਾਮ ਦੇ ਵਿੱਚ ਬਿਰਤੀ ਲੱਗ ਜਾਂਦੀ ਹੈ, ਜਰਾ ਮਰਨ ਛੂਟੈ ਪ੍ਰਮ ਭਾਗੈ। ਤਦੋਂ ਇਸ ਜੀਵ ਦਾ ਬੁਢੇਪੇ ਜੜਤਾ ਬਿਰਤੀ ਦਾ ਦੁੱਖ ਮੌਤ ਦਾ ਭੈ ਛੁੱਟ ਜਾਂਦਾ ਹੈ ਅਤੇ 5 ਪ੍ਰਕਾਰ ਦਾ ਭਰਮ ਵੀ ਭੱਜ ਜਾਂਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਅਵਰਨ ਵਰਨ ਸਿਉ ਮਨ ਹੀ ਪ੍ਰੀਤ। ਜੀਵਾਂ ਨੇ ਚੰਗੇ ਵਰਨ ਖੱਤਰੀ ਬ੍ਰਾਹਮਣ ਅਤੇ ਅਵਰਨ ਨੀਚ ਵਰਨ ਵੈਸ਼ ਸ਼ੂਦਰ, ਇਹਦੇ ਨਾਲ ਉਚਾਈ ਅਤੇ ਨੁਮਾਇੰਦੀ ਹੀ ਆਪਣੇ ਮਨ ਦੇ ਵਿੱਚ ਪ੍ਰੀਤੀ ਲਾਈ ਹੋਈ ਹੈ। ਜਿਹੜੇ ਜੀਵ ਹਨ ਮੈਂ ਗਾਵਨ ਗਾਵਹ ਗੀਤ, ਅੰਗਤਾ ਦੇ ਸਹਿਤ ਗਾਉਣ ਵਾਲੇ ਹੋ ਕੇ ਜਸ ਗਾਉਣਾ ਕਰਦੇ ਨੇ, ਜਿਸ ਕਰਕੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਇਸੇ ਪ੍ਰਕਾਰ ਅਵਰਨ ਵਰਨ ਸਿਉ ਮਨ ਹੀ ਪ੍ਰੀਤ। ਚੌਹਾਂ ਵਰਨਾਂ ਵਿੱਚ ਜੋ ਪ੍ਰਭੂ ਅਵਰਨ ਰੂਪ ਹੈ ਜਾਂ ਵਰਨ ਰੰਗਾਂ ਦੇ ਵਿੱਚ ਅਵਰਨ ਰੰਗ ਰਹਿਤ ਪ੍ਰਭੂ ਹੈ, ਜਾਂ ਵਰਨ ਕਥਨ ਕਰਨ ਤੋਂ ਅਵਰਨ ਅਕਥ ਸਰੂਪ ਪ੍ਰਭੂ ਹੈ, ਜਿਸ ਨੇ ਉਸ ਪ੍ਰਭੂ ਦੇ ਨਾਲ ਆਪਣੇ ਮਨ ਵਿੱਚ ਪ੍ਰੀਤੀ ਲਾਉਣਾ ਕੀਤੀ ਹੈ। ਮੈਂ ਗਾਵਨ ਗਾਵਹ ਗੀਤ। ਹਉਮੈ ਦੇ ਗਾਉਣ ਵਾਲਾ ਜੀਵ ਫਿਰ ਪਰਮਾਤਮਾ ਦੇ ਜਸ ਰੂਪ ਗੀਤ ਗਾਉਣ ਲੱਗ ਜਾਂਦਾ ਹੈ, ਜਾਂ ਉਹ ਹਉਮੈ ਦੇ ਸਹਿਤ ਗਾਉਣ ਵਾਲਾ ਹੋ ਕੇ ਕੀ ਗੀਤ ਗਾਵੇਗਾ, ਭਾਵ ਨਹੀਂ ਗਾਵੇਗਾ। ਅਨਹਦ ਸ਼ਬਦ ਹੋਤ ਚੁਨਕਾਰ। ਉਥੇ ਦਸਮ ਦੁਆਰ ਦੇ ਵਿੱਚ ਜਾਂ ਹਿਰਦੇ ਵਿੱਚ ਹੱਦ ਤੋਂ ਰਹਿਤ ਇੱਕ ਰਸ ਬ੍ਰਹਮ ਦੀ ਸ਼ਨਕਾਰ ਹੋ ਰਹੀ ਹੈ। ਜਿਹ ਪੌੜੇ ਪ੍ਰਭ ਸ੍ਰੀ ਗੋਪਾਲ। ਜਿੱਥੇ ਦਸਮ ਦੁਆਰ ਵਿੱਚ ਹਿਰਦੇ ਵਿੱਚ ਪ੍ਰਿਥਵੀ ਦੇ ਪਾਲਕ ਸੋਭਾ ਦੇ ਮਾਲਕ ਪ੍ਰਭੂ ਜੀ ਪੌੜੇ ਬਿਰਾਜਮਾਨ ਹਨ। ਖੰਡਲ ਮੰਡਲ ਮੰਡਲ ਮੰਡਾ। ਜੋ ਪ੍ਰਭੂ 9 ਖੰਡਾਂ ਅਤੇ ਸਮੂਹ ਦੇਸ਼ਾਂ 400 ਕੋਹ ਦੇ ਗੋਲਾਕਾਰ ਇਲਾਕਿਆਂ ਨੂੰ ਸਜਾਉਣ ਵਾਲਾ ਹੈ। ਤ੍ਰਿਆ ਸਥਾਨ ਤੀਨ ਤ੍ਰੈ ਖੰਡਾ। ਜੋ 3 ਸਥਾਨ ਭਾਵ ਸਵਰਗ ਲੋਕ, ਮਾਤ ਲੋਕ ਤੇ ਪਤਾਲ ਲੋਕ, 3 ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇਵਤੇ ਅਤੇ 3 ਪ੍ਰਕਾਰ ਦੀ ਰਜੋ ਤਮੋ ਤੇ ਸਤੋ ਗੁਣ ਰੂਪੀ ਮਾਇਆ ਨੂੰ ਵੀ ਪੈਦਾ ਕਰਦਾ ਹੈ।
ਇਸੇ ਪ੍ਰਕਾਰ ਤ੍ਰੇ ਅਸਥਾਨ ਤੀਨ ਤ੍ਰੇ ਖੰਡਾ। ਤਿੰਨ ਸਥਾਨ ਭਾਵ ਜਾਗਰਤ ਸੁਪਨ ਸੁਖੋਪਤ ਨੂੰ ਰਚਣ ਵਾਲਾ ਹੈ। ਉਹ ਸਮਸ਼ਟੀ ਉਪਾਧੀ ਕਰਕੇ ਵੈਰਾਟ ਰੂਪ ਹੋ ਕੇ ਸਾਰਿਆਂ ਦੀ ਜਾਗਰਤ ਅਵਸਥਾ ਦਾ ਮਾਨੀ ਹੋ ਰਿਹਾ ਹੈ। ਹਿਰਨ ਗਰਭ ਰੂਪ ਹੋ ਕੇ ਸਾਰਿਆਂ ਦੀ ਸੁਪਨ ਅਵਸਥਾ ਦਾ ਮਾਨੀ ਪ੍ਰਕਾਸ਼ ਹੋ ਰਿਹਾ ਹੈ ਅਤੇ ਅਭਿਆਕ੍ਰਿਤ ਰੂਪ ਹੋ ਕੇ ਸਾਰਿਆਂ ਦੀ ਸੁਖੋਪਤ ਅਵਸਥਾ ਦਾ ਅਮਾਨੀ ਪ੍ਰਕਾਸ਼ ਹੋ ਰਿਹਾ ਹੈ। ਵਿਅਸਤੀ ਉਪਾਧੀ ਕਰਕੇ ਜਾਗਰਤ ਅਵਸਥਾ ਦੇ ਵਿੱਚ ਵਿਸ਼ਵਨਾਮਾ ਜੀਵ ਹੋ ਕੇ ਬਿਰਾਜਮਾਨ ਹੋ ਰਿਹਾ ਹੈ। ਸੁਪਨ ਅਵਸਥਾ ਵਿੱਚ ਤੇਜਸਵਨਾਮਾ ਜੀਵ ਰੂਪ ਹੋ ਕੇ ਬਿਰਾਜਮਾਨ ਹੋ ਰਿਹਾ ਹੈ ਅਤੇ ਸੁਖੋਪਤ ਅਵਸਥਾ ਦੇ ਵਿੱਚ ਪ੍ਰਾਗਿਆ ਨਾਮੀ ਜੀਵ ਰੂਪ ਹੋ ਕੇ ਬਿਰਾਜਮਾਨ ਹੋ ਰਿਹਾ ਹੈ। ਤੀਨ ਅਸਥਾਨ ਤੀਨ ਤ੍ਰਿਖੰਡ। ਤੀਨ ਤ੍ਰੇ ਅਸਥਾਨ ਤੀਨ ਤ੍ਰੇ ਅਖੰਡਾ। ਤਿੰਨ ਪ੍ਰਕਾਰ ਦੀ ਵਾਸ਼ਨਾ ਤੇ ਤ੍ਰੇ ਤਿੰਨ ਉੱਤਮ ਮੱਧਮ ਕਨਿਸ਼ਟ ਰੂਪ ਖੰਡਾ ਖੰਡ ਹਿੱਸੇ ਉਸ ਵਾਹਿਗੁਰੂ ਨੇ ਬਣਾਉਣਾ ਕੀਤੇ ਹਨ। ਅਗਮ ਅਗੋਚਰਾ ਰਹਿਆ ਅਭਿਅੰਤਾ। ਉਹ ਮਨ ਦੀ ਗਮਤਾ ਤੋਂ ਰਹਿਤ ਇੰਦਰੀਆਂ ਦੇ ਵਿਸ਼ੇ ਪ੍ਰਭੂ ਹਿਰਦੇ ਦੇ ਅੰਦਰ ਜਾਂ ਜੋਗੀ ਦੇ ਦਸਮ ਦੁਆਰ ਅੰਦਰ ਚੇਤਨ ਦੀ ਲਾਟ ਰੂਪ ਹੋ ਕੇ ਵਿਆਪਕ ਹੋ ਰਿਹਾ ਹੈ। ਪਾਰਨ ਪਾਵੈ ਕੋ ਧਰਨੀ ਤਰ ਮੰਤਾ। ਉਸ ਧਰਤੀ ਦੇ ਆਸਰੇ ਦੇ ਮਨ ਤੋਂ ਸਲਾਹ ਦਾ ਵੀ ਕੋਈ ਪਾਰ ਨਹੀਂ ਪਾ ਸਕਦਾ। ਵੈਸ਼ਨੂ ਮਾਦੀ ਜੋਗੀ ਨੂੰ ਧਿਆਨ ਦੇ ਵਿੱਚ ਜਿਸ ਸਰਗੁਣ ਮੂਰਤੀ ਦਾ ਪ੍ਰਕਾਸ਼ ਹੁੰਦਾ ਉਸ ਬਾਬਤ ਦੱਸ ਰਹੇ ਨੇ। ਕਦਲੀ ਪੌਪ ਤੋਂ ਪਰਗਾਸ। ਜਿਵੇਂ ਕੇਲੇ ਦੇ ਨੀਲੇ ਜਿਹੇ ਫੁੱਲ ਉੱਪਰ ਸੂਰਜ ਦੀ ਧੁੱਪ ਦਾ ਪ੍ਰਕਾਸ਼ ਪੈਂਦਾ ਹੈ, ਇਸ ਪ੍ਰਕਾਰ ਦਾ ਜੋਗੀ ਦੇ ਧਿਆਨ ਵਿੱਚ ਪ੍ਰਕਾਸ਼ ਹੁੰਦਾ ਹੈ। ਸਰਗੁਣ ਸਰੂਪ ਦੇ ਰਜ ਪੰਕਜ ਮਹਿ ਲਿਓ ਨਿਵਾਸ। ਚਰਨ ਕਮਲਾਂ ਦੀ ਧੂੜੀ ਵਿੱਚ ਜੋਗੀ ਨੇ ਨਿਵਾਸ ਲੈਣਾ ਕੀਤਾ ਹੈ। ਇਸੇ ਪ੍ਰਕਾਰ ਕਦਲੀ ਪੌਪ ਤੋਂ ਪਰਗਾਸ। ਕੇਲੇ ਆਦਿਕ ਫਲਾਂ ਪੋਹਪ ਫੁੱਲਾਂ ਧੂਪ ਆਦਿਕ ਵਿੱਚ ਉਸ ਪਰਮਾਤਮਾ ਦਾ ਪ੍ਰਕਾਸ਼ ਹੈ। ਜਾਂ ਕੇਲਿਆਂ ਦੀ ਨਿਆਈ ਨਿਰਮਾਈ ਵਾਲਾ ਹੈ, ਫੁੱਲਾਂ ਦੀ ਨਿਆਈ ਪਦਾਰਥ ਰੂਪ ਪਾਣੀ ਧੁੰਦ ਲੇਪ ਰਹਿਣ ਵਾਲਾ ਹੈ। ਸਾਰੇ ਸੰਸਾਰ ਵਿੱਚ ਉਸ ਦਾ ਜਸ ਰੂਪ ਧੂਪ ਧੁਖ ਰਿਹਾ ਹੈ ਅਤੇ ਗਿਆਨ ਦਾ ਪ੍ਰਕਾਸ਼ ਵੀ ਉਹੀ ਕਰ ਰਿਹਾ। ਇਸੇ ਪ੍ਰਕਾਰ ਕਦਲੀ ਪੋਪ ਤੋਂ ਪਰਗਾਸ। ਕੇਲਿਆਂ ਦੀ ਤਰ੍ਹਾਂ ਨਰਮ ਚਿੱਤ ਵਾਲੀਆਂ, ਫੁੱਲਾਂ ਦੀ ਤਰ੍ਹਾਂ ਸ਼ੁਭ ਗੁਣ ਨਾਲ ਖਿੜੇ ਹੋਇਆਂ ਦੇ ਵਿੱਚ, ਧੂਪ ਦੀ ਤਰ੍ਹਾਂ ਜਸ ਗੁਣ ਵਾਲਿਆਂ ਦੇ ਅੰਦਰ ਉਹ ਪ੍ਰਭੂ ਅਪਰੋਖ ਗਿਆਨ ਦਾ ਪ੍ਰਕਾਸ਼ ਕਰਨੇ ਵਾਲਾ ਹੈ। ਰਜ ਪੰਕਜ ਮਹਿ ਲਿਓ ਨਿਵਾਸ। ਉਸ ਦੇ ਚਰਨ ਕਮਲਾਂ ਦੀ ਧੂੜੀ ਵਿੱਚ ਤਤ ਬੇਤੇ ਮਹਾਤਮਾ ਨੇ ਨਿਵਾਸ ਲੈਣਾ ਕੀਤਾ ਹੈ। ਜਾਂ ਜਿਸ ਦੇ ਹਿਰਦੇ ਅੰਦਰ ਸ਼ਰਧਾ ਰੂਪ ਧੂੜੀ ਹੈ ਅਤੇ ਕੌਣ ਵਾਂਗ ਨਿਰਲੇਪ ਚਿੱਤ ਹੈ, ਉਸ ਦੇ ਅੰਦਰ ਸਰਵ ਵਿਆਪਕ ਪਰਮੇਸ਼ਰ ਨੇ ਨਿਵਾਸ ਲੈਣਾ ਕੀਤਾ ਹੈ। ਭਾਵ ਸਾਖਿਆਤਕਾਰ ਹੋਇਆ ਹੈ। ਦੁਆਂਦਾ ਸਦਲ ਅਭਿਅੰਤਰ ਮੰਤਾ। ਉਸ ਮਨੁੱਖ ਦੇ ਹਿਰਦੇ ਵਿੱਚ ਗੁਰਾਂ ਦਾ ਮੰਤਰ ਵਸਣ ਨਾਲ ਉਸ ਦਾ 12 ਪੱਤੀਆਂ ਵਾਲਾ ਹਿਰਦਾ ਕੌਲ ਖਿੜ ਜਾਂਦਾ ਹੈ। ਇਹ ਸਰੀਰ ਅੰਦਰ ਜੋਗੀਆਂ ਦੇ 6 ਚੱਕਰ ਕਲਪੇ ਹੋਏ ਨੇ। ਮੂਲਾਧਾਰ ਗੁਦਾ ਮੰਡਲ ਦਾ ਚੱਕਰ ਹੈ, ਜਿਸ ਵਿੱਚ ਮੁੱਦੇ ਮੁਖ ਦਾ 4 ਪੰਖੜੀ ਵਾਲਾ ਪੀਲਾ ਕਮਲ ਹੈ। ਸੋ ਇਉਂ ਉਹਨਾਂ ਦਾ ਉਹ ਖਿੜ ਜਾਂਦਾ ਹੈ। 12 ਪੱਤੀਆਂ ਵਾਲਾ ਹਿਰਦਾ ਕਮਲ ਜਾਂ ਵੈਸ਼ਨਵ ਲੋਕ
12 ਅੱਖਰਾਂ ਵਾਲਾ ਮੰਤਰ ਹਿਰਦੇ ਅੰਦਰ ਜਾਪਦੇ ਨੇ, ਓ ਨਮੋ ਭਗਵਤ ਵਾਸੁਦੇਵਾ। ਇਸੇ ਪ੍ਰਕਾਰ ਦਵਾਦਸ ਦਲ ਅਭਿਅੰਤਰ ਮੰਤ। 5 ਕਰਮ ਇੰਦਰੀ, 5 ਗਿਆਨ ਇੰਦਰੀ, ਮਨ ਤੇ ਬੁੱਧ ਨੂੰ ਵਸ ਵਿੱਚ ਕਰਕੇ ਤਤਵੇ ਤੇ ਮਹਾਤਮਾ ਨੇ ਸਲਾਹ ਦੇਣ ਵਾਲੇ ਚੇਤਨ ਨੂੰ ਆਪਣੇ ਅੰਤःਕਰਨ ਦੇ ਅੰਦਰ ਜਾਣਿਆ ਹੈ। ਜਹ ਪੌੜੇ ਸ੍ਰੀ ਕਮਲਾ ਕੰਤ। ਜਿਸ ਅੰਤःਕਰਨ ਜਾਂ ਦਸਮ ਦੁਆਰ ਵਿੱਚ ਸ਼ੋਭਾ ਦੇ ਮਾਲਕ ਸ਼੍ਰੋਮਣੀ ਲక్ష్ਮੀ ਦੇ ਮਾਇਆ ਦੇ ਪਤੀ ਪ੍ਰਭੂ ਜੀ ਪੌੜੇ ਵਿਰਾਜਮਾਨ ਨੇ, ਜਾਂ ਮਾਇਆ ਸਬਲ ਹੋ ਕੇ ਸਰਗੁਣ ਸਰੂਪ ਦੇ ਵਿੱਚ ਵਿਰਾਜਮਾਨ ਹੋ ਰਹੇ ਹਨ। ਅਰਧ ਅਰਧ ਮੁਖ ਲਾਗੋ ਕਾਸ। ਹੇਠਾਂ ਨੂੰ ਜਾਂਦੇ ਸਵਾਸਾਂ ਅਪਾਨ ਵਾਯੂ ਅਤੇ ਉੱਪਰ ਨੂੰ ਜਾਂਦੇ ਸਵਾਸਾਂ ਪ੍ਰਾਣ ਵਾਯੂ ਨੂੰ ਪ੍ਰਕਾਸ਼ਨ ਵਾਲਾ ਹੈ। ਜਾਂ ਅਰਧ ਭਾਵ ਜੀਵ ਤੇ ਉਰਧ ਭਾਵ ਈਸ਼ਰ, ਇਹਨਾਂ ਦੋਨਾਂ ਦੇ ਅੰਦਰ ਮੁਖੀ ਚਿਦਾਕਾਸ਼ ਪ੍ਰਭੂ ਲਾਗੋ ਲੱਗਿਆ, ਮਤਲਬ ਮਿਲਿਆ ਹੋਇਆ ਹੈ। ਸੁਨ ਮੰਡਲ ਮਹਿ ਕਰ ਪਰਗਾਸ। ਦਸਮ ਦਵਾਰ ਦੇ ਵਿੱਚ ਵੀ ਉਹੀ ਪ੍ਰਭੂ ਚਾਨਣਾ ਕਰ ਰਿਹਾ ਹੈ। ਜਾਂ ਸੁਨ ਮੰਡਲ ਨਿਰਵਿਕਲਪ ਅੰਤःਕਰਨ ਵਿੱਚ, ਜਾਂ ਸੁਨ ਅਫੁਰ ਸਰੂਪ ਪ੍ਰਭੂ ਮੰਡਲ ਸਮੂਹ ਸੰਸਾਰ ਦੇ ਅੰਦਰ ਪ੍ਰਕਾਸ਼ ਕਰਨ ਵਾਲਾ ਹੈ। ਓਹਾਂ ਸੂਰਜ ਨਾਹੀ ਚੰਦ। ਤੇ ਦਸਮ ਦੁਆਰ ਵਿੱਚ ਹਿਰਦੇ ਅੰਦਰ ਸੂਰਜ ਅਤੇ ਚੰਦਰਮਾ ਦਾ ਪ੍ਰਕਾਸ਼ ਨਹੀਂ ਹੈ। ਜਾਂ ਸੂਰਜ ਦੀ ਤਰ੍ਹਾਂ ਤਮੋ ਗੁਣ, ਚੰਦਰਮਾ ਦੀ ਤਰ੍ਹਾਂ ਸਤੋ ਗੁਣ ਵੀ ਨਹੀਂ ਹੈ। ਫਿਰ ਉਹ ਰਜੋ ਗੁਣ ਨੇ ਭਲਾ ਕੀ ਹੋਣਾ ਸੀਗਾ? ਹਿਰਦੇ ਦੇ ਅੰਦਰ ਚਿੱਟਾ ਗੈਸ ਦੀ ਬੱਤੀ ਵਰਗਾ ਹਿਰਨ ਗਰਭ ਦਾ ਪ੍ਰਕਾਸ਼ ਹੈ। ਦਸਮ ਦੁਆਰ ਵਿੱਚ ਚਿੱਟਾ ਪ੍ਰਕਾਸ਼ ਹੈ। ਨਾੜੀ ਦੇ ਅੰਦਰ ਬਿਜਲੀ ਵਾਂਗ ਜਠਰਾਗਣ ਦਾ ਪ੍ਰਕਾਸ਼ ਹੈ, ਜੋ ਨ ਹਨੇਰੇ ਵਿੱਚ ਵੀ ਦਿਸ ਪੈਣਾ। ਇਹ ਹਿਰਨ ਗਰਭ ਦਾ ਪ੍ਰਕਾਸ਼ ਹੈ। ਜੋ ਸੁਰਤ ਦੇ ਨਾਲ ਦਿਸਣਾ, ਇਹ ਸਤੋ ਗੁਣ ਦਾ ਪ੍ਰਕਾਸ਼ ਹੈ। ਜੋ ਬਿਰਤੀ ਗੋਚਰ ਚੀਜ਼ ਦਿਸਦੀ ਹੈ, ਇਹ ਰਜੋ ਗੁਣ ਦਾ ਪ੍ਰਕਾਸ਼ ਹੈ। ਜੋ ਬਾਹਰ ਸੂਰਜ ਚੰਦਰਮਾ ਆਦਿਕ ਦਾ ਤਮੋ ਗੁਣੀ ਪ੍ਰਕਾਸ਼ ਹੈ। ਅਤੇ ਪ੍ਰਭੂ ਦਾ ਪ੍ਰਕਾਸ਼ ਰਾਜਸੀ ਤਾਮਸੀ ਸਾਂਤਕੀ ਸੁਭਾਵਾਂ ਤੋਂ ਰਹਿਤ, ਇੱਕ ਰਸ ਝਿਲ ਮਿਲ ਝਿਲਕ ਹੈ। ਚੰਦ ਨ ਤਾਰਾ, ਸੂਰਜ ਕਿਰਨ ਨ ਬਿਜਲ ਗਏ ਨਾਰਾ। ਵਰਨ ਚਿਹਨ ਸੋ ਇਉਂ ਮਹਾਰਾਜ ਕਹਿੰਦੇ ਵੀ ਨਹੀਂ ਕੋਈ ਪੂਰੇ ਮਨ ਭਾਇੰਦਾ। ਇੱਕ ਰਸ ਉਹ ਹਿਰਦੇ ਵਿੱਚ ਪਰਿਪੂਰਨ ਹੋ ਰਿਹਾ। ਜਾਂ ਉੱਥੇ ਸੂਰਜ ਭਾਵ ਅਪਰੋਗ ਗਿਆਨੀ ਨਹੀਂ ਹੈ, ਨਾ ਹੀ ਚੰਦ ਚੰਦਰਮਾ ਭਾਵ ਮਾਇਆ ਦਾ ਮੋਹ ਨਹੀਂ ਹੈ। ਉੱਥੇ ਤਾਂ ਸੰਸਾਰ ਦਾ ਮੁੱਢ ਸਰੂਪ ਸ਼ੁੱਧ ਸਰੂਪ ਪਰਮਾਤਮਾ ਹੀ ਕੌਤਕ ਕਰ ਰਿਹਾ। ਜਾਂ ਆਪਣੇ ਆਪ ਦੇ ਵਿੱਚ ਆਨੰਦ ਮਾਨਣਾ ਕਰ ਰਿਹਾ ਹੈ। ਆਦਿ ਨਿਰੰਜਨ ਕਰੇ ਆਨੰਦ। ਜੋ ਸਭਨਾਂ ਦਾ ਆਦ ਮੁੱਢ ਸਰੂਪ ਸ਼ੁੱਧ ਸਰੂਪ ਪਰਮਾਤਮਾ ਹੈ, ਉਹੀ ਕੌਤਕ ਕਰ ਰਿਹਾ। ਇੱਕੋ ਇੱਕ ਆਪ ਆਪਣੇ ਆਪ ਦੇ ਵਿੱਚ ਆਨੰਦ ਮਾਨਣਾ ਕਰ ਰਿਹਾ ਹੈ। ਸੋ ਬ੍ਰਹਮੰਡ ਪਿੰਡ ਸੋ ਜਾਨਾ। ਹੇ ਭਾਈ, ਉਹੀ ਪ੍ਰਮਾਤਮਾ ਬ੍ਰਹਮੰਡ ਦੇ ਵਿੱਚ ਹੈ, ਉਹੀ ਪ੍ਰਮਾਤਮਾ ਸਰੀਰ ਦੇ ਵਿੱਚ ਜਾਣਨਾ ਕਰੋ। ਜਿਹੜੇ ਯੋਗੀ ਨੇ ਉਹ ਜਿਹੜੇ ਚੱਕਰ ਮੰਨੇ ਗਏ ਨੇ, 6 ਚੱਕਰ ਉਹਨਾਂ ਨੇ ਕਲਪੇ ਹੋਏ ਨੇ, ਇਹਨਾਂ ਨੂੰ ਮੰਨ ਕੇ 10ਵੇਂ ਦੁਆਰ ਦੇ ਵਿੱਚ ਪ੍ਰਕਾਸ਼ ਦੇ ਦਰਸ਼ਨ ਕਰਦੇ ਨੇ। ਉਹ ਕਹਿੰਦੇ ਵੀ 10ਵੇਂ ਦੁਆਰ ਦੇ ਵਿੱਚ ਹੀ ਪ੍ਰਕਾਸ਼ ਹੈ। ਗੁਰਸਿੱਖੀ ਮੁਤਾਬਕ ਚੱਕਰਾਂ ਚੁੱਕਰਾਂ ਦੇ ਚੱਕਰ 'ਚ ਪੈਣ ਦੀ ਬਜਾਏ ਹਿਰਦੈ ਕਮਲ ਮੇਂ ਹਰਿ ਕਾ ਵਾਸ, ਬਸ ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਗੁਰੂ ਪੂਰੇ ਸੱਚ ਕਹਿਆ ਤਾਂ ਸੁਖ ਸਾਚਾ ਲਹਿਆ। ਵਾਹਿਗੁਰੂ ਕਹਿਣਾ ਹੈ
ਵਾਹਿਗੁਰੂ ਭਾਵੇਂ ਚੱਕਰਾਂ ਦੇ ਵਿੱਚ ਘੁਮਾ ਕੇ ਲੈ ਜੇ, ਭਾਵੇਂ ਸਿੱਧਾ ਹੀ ਬਾਈਪਾਸ ਹੀ। ਸਾਧ ਸੰਗਤ ਜੀ, ਇੱਕ ਹੁੰਦਾ ਹੈ ਰੇਹੜੀ ਦਾ ਰਸਤਾ, ਰੇਹੜੇ ਦਾ ਰਸਤਾ, ਇੱਕ ਹੁੰਦਾ ਪੈਦਲ ਫੁੱਟਪਾਥ ਵਾਲਾ, ਇੱਕ ਹੁੰਦਾ ਬੱਸ ਗੱਡੀ ਮੋਟਰ ਦਾ, ਇੱਕ ਹੁੰਦਾ ਟ੍ਰੇਨ ਦਾ। ਜਿਹੜਾ ਜਹਾਜ਼ ਹੈ, ਜਹਾਜ਼ ਤੁਹਾਨੂੰ ਪਤਾ ਹੈ, ਸੱਚਖੰਡ ਹਜ਼ੂਰ ਸਾਹਿਬ ਜਾਣਾ ਹੋਵੇ, ਅਸੀਂ ਤਾਂ ਮਰ ਖਾਪ ਗਏ। ਸਰਕਾਰੀ ਟ੍ਰੇਨ ਦਾ ਲਾਲਚ ਤਾਂ ਕਰ ਲਿਆ। ਚੰਗੇ ਭਲੇ ਮਿਹਨਤ ਵਾਲੇ ਗੁਰਮੁਖ ਉਹ ਘਬਰਾ ਕੇ ਦਿੱਲੀ ਤੋਂ ਹੀ ਵਾਪਸ ਮੁੜੇ। ਇਹ ਅੱਤ ਦੀ ਗਰਮੀ, ਉਹ ਚੱਲੇ ਹੀ ਨਾ। ਸਪੈਸ਼ਲ ਟ੍ਰੇਨ ਨੂੰ ਰਸਤਾ ਨਹੀਂ ਮਿਲਦਾ ਸੀਗਾ, ਟਾਈਮ ਵਾਲੀਆਂ ਲੰਘੀ ਜਾਂ, ਸਾਡੀ ਵਾਰੀ ਹੀ ਨਾ ਆਏ। ਉਹ ਕਿੰਨੇ ਦਿਨ ਹੀ ਜਾਂਦਿਆਂ ਤੇ ਕਿੰਨੇ ਦਿਨ ਹੀ ਆਉਂਦੇ, ਉੱਥੇ ਤਾਂ ਥੋੜ੍ਹਾ ਕਿ ਚਿਰ ਹੀ ਰਹੇ। ਤੇ ਜਹਾਜ਼ੇ ਜਾਓ ਚੁੱਪ ਕਰਕੇ, 6-7 ਹਜ਼ਾਰ ਰੁਪਈਆ ਚਾਹੀਦਾ, ਮਿੰਟ 'ਚ ਹੀ ਪਹੁੰਚਾ ਦਿੰਦਾ। ਤੇ ਅੱਧੇ ਪੌਣੇ ਘੰਟੇ ਦੀ ਖੇਡ ਹੈ, ਵੱਧ ਤੋਂ ਵੱਧ ਅੱਧਾ ਘੰਟਾ ਦਿੱਲੀ ਦਾ ਤੇ ਘੰਟਾ ਬੰਬੇ ਦਾ। ਤੇ ਜਾਂ ਹੁਣ ਸਿੱਧੀਆਂ ਫਲਾਈਟਾਂ ਤੁਰੀਆਂ ਹੋਈਆਂ ਨੇ। ਇੱਕ ਵਾਰ ਆਪਾਂ ਉਦੋਂ ਹਜ਼ੂਰ ਸਾਹਿਬ ਨਹੀਂ ਸੀ ਬਣਿਆ, ਏਅਰਪੋਰਟ ਔਰੰਗਾਬਾਦ ਗਏ ਸੀਗੇ, ਮਿੰਟੋ ਸਕਿੰਡੀ। ਤੇ ਇਸ ਲਈ ਗੱਲ ਤਾਂ ਆਪਦੀ ਅਵਸਥਾ ਦੀ ਹੈ ਤੇ ਮਹਾਰਾਜ ਦੀ ਕਿਰਪਾ ਦੀ ਹੈ। ਸਟੇਸ਼ਨ ਦਾ ਇੱਕੋ ਹੀ ਹੈ ਜਿੱਥੇ ਸਭਨਾਂ ਨੇ ਪਹੁੰਚਣਾ ਹੈ। ਕੋਈ ਕੀੜੀ ਚਾਲ ਪਹੁੰਚਦਾ ਹੈ, ਕੀੜੀ ਹੌਲੀ ਹੌਲੀ ਤੁਰ ਕੇ ਦਰਖਤ ਦੇ ਉੱਪਰ ਚੜੂਗੀ। ਜਿਹੜਾ ਪੰਛੀ ਹੈ ਉਹਨੇ ਬਸ ਮਾੜਾ ਜਿਹਾ ਇੱਕੋ ਹੀ ਖੰਭ ਮਾਰਨੇ ਨੇ, ਇੱਕੋ ਵਾਰ ਥੋੜਾ ਜਿਹਾ ਉੱਪਰ ਨੂੰ ਜਾਣਾ, 1 ਸਕਿੰਟ 'ਚ ਉਹਨੇ TC ਤੇ ਪਹੁੰਚ ਜਾਣਾ। ਇਉਂ ਜਿਹੜੇ ਦੂਜੇ ਧਰਮਾਂ ਦੇ ਰਸਤੇ ਨੇ, ਆਪਾਂ ਇਹ ਨਹੀਂ ਕਹਿੰਦੇ ਵੀ ਉਹ ਮਾੜੇ ਨੇ, ਹੈ ਉਹ ਵੀ ਠੀਕ ਨੇ, ਪਰ ਉਹ ਤਾਂ ਕੀੜੀ ਵਾਲੇ ਨੇ। ਜੂੰ ਚਾਲ ਹੈ, ਤੁਰੇ ਜਾਓ ਤੁਰੇ ਜਾਓ, ਕਦੇ ਗਰਮੀ 'ਚ ਛੱਡਦੇ ਰਹੋ, ਕਦੇ ਪਿਆਸੇ ਮਰਦੇ ਰਹੋ, ਕਦੇ ਭੁੱਖ ਲੱਗੀ, ਕਦੇ ਕੁਛ ਕਦੇ ਕੁਛ। ਤੇ ਜਿਹੜਾ ਗੁਰਸਿੱਖੀ ਵਾਲਾ ਰਸਤਾ ਹੈ, ਇਹ ਹੈ ਪੰਛੀ ਵਾਲਾ। ਸਕਿੰਟਾਂ ਦੇ ਵਿੱਚ ਹੀ ਰਿਲੈਕਸ ਹੀ ਪਹੁੰਚ ਜਾਓ, ਪਤਾ ਹੀ ਨਹੀਂ ਲੱਗਦਾ ਕਦੋਂ ਪਹੁੰਚ ਗਏ। ਗੁਰਮੁਖ ਗਾਡੀ ਰਾਹੋ ਚਲੰਦਾ, ਸਤਿਗੁਰੂ ਨਾਨਕ ਦੇਵ ਜੀ ਨੇ ਗੁਰਮੁਖਾਂ ਦਾ ਇਹ ਗਾਡੀ ਰਾਹ, ਜਿਹਨੂੰ ਹਾਈਵੇ ਕਹਿੰਦੇ ਨੇ ਅੱਜ ਕੱਲ੍ਹ, ਮੋਟਰਵੇ, ਫਲਾਈਓਵਰਾਂ ਦਾ, ਜਿੱਥੇ ਟ੍ਰੈਫਿਕ ਲਾਈਟ ਸੀ ਕੋਈ ਨਹੀਂ, ਨਾ ਕੋਈ ਉੱਥੇ ਕ੍ਰੋਸਿੰਗ ਹੈ, ਕਿਸੇ ਪ੍ਰਕਾਰ ਬ੍ਰੇਕ ਲੱਗਣੀ ਨਹੀਂ, ਬਸ ਗੱਡੀ ਨੇ ਉੱਡਦੀ ਜਾਣਾ। ਮਿੰਟਾਂ ਸਕਿੰਟਾਂ ਦੇ ਵਿੱਚ ਰਸਤਾ ਤੈਅ ਹੋ ਜਾਂਦਾ। ਸੋ ਇਉਂ ਜਿਹੜੇ ਜੋਗੀ ਨੇ ਉਹ 6 ਚੱਕਰਾਂ ਨੂੰ ਮਿੰਨ ਕੇ ਜਾਂਦੇ ਨੇ। ਗੁਦਾ ਦੇ ਵਿੱਚ ਮੂਲਾਧਾਰ ਚੱਕਰ ਹੈ, ਜਿਸ 'ਚ ਮੁੱਧੇ ਮੁਖ ਦਾ 4 ਪੰਖੜੀ ਵਾਲਾ ਪੀਲਾ ਕਮਲ ਹੈ। ਤੇ ਲਿੰਗ ਦੇ ਮੂਲ ਦੇ ਵਿੱਚ ਸਵਾਦਿਸ਼ਟਾਨ ਚੱਕਰ ਹੈ, ਜਿਸ 'ਚ ਲਾਲ ਰੰਗ ਦਾ ਉਰਧ ਮੁਖ 6 ਪੱਤੀਆਂ ਦਾ ਸ਼ੀਤਲ ਕਮਲ ਹੈ। ਨਾਭੀ ਦੇ ਮੂਲ ਵਿੱਚ ਮਣੀਪੁਰਕ ਚੱਕਰ ਹੈ, ਜੋ ਨੀਲੇ ਰੰਗ ਦਾ ਉਰਧ ਮੁਖ 10 ਪੱਤੀਆਂ ਦਾ ਕਮਲ ਹੈ। ਅਤੇ ਹਿਰਦੇ ਦੇ ਵਿੱਚ ਅਨਾਹਦ ਚੱਕਰ 12 ਦਲਾਂ ਦਾ ਸਵਰਨ ਰੰਗਾ ਕਮਲ ਹੈ। ਦੁਆਦਸ ਦਲ ਅਬ ਅੰਤਰ ਮੰਤ, ਪਹਿਲਾਂ ਇਸੇ ਸ਼ਬਦ ਵਿੱਚ ਪੰਕਤੀ ਆਈ ਸੀ। ਤੇ ਜਿਹੜਾ ਕੰਠ ਦੇ ਵਿੱਚ ਵਿਸ਼ੁੱਧ ਚੱਕਰ ਲਾਲ ਰੰਗ ਦਾ ਊਰਧ ਮੁਖ 16 ਦਲ ਦਾ ਕਮਲ ਹੈ। ਭਰਵੱਟਿਆਂ ਦੇ ਵਿਚਕਾਰ ਦੀ ਜਿਹੜੀ ਜਗ੍ਹਾ ਹੈ ਤ੍ਰਿਕੁਟੀ ਵਾਲੀ, ਇਸ 'ਚ ਆਗਿਆ ਚੱਕਰ ਹੈ। 2 ਪੰਖੜੀਆਂ ਦਾ ਊਰਧ ਮੁਖ ਚਿੱਟਾ ਕਮਲ ਹੈ। ਇਹਨਾਂ 6 ਚੱਕਰਾਂ ਤੋਂ ਵੱਖ ਜੋਗੀ ਇੱਕ 7ਵਾਂ ਚੱਕਰ 10ਵੇਂ ਦੁਆਰ ਵਿੱਚ ਵੀ ਮੰਨਦੇ ਨੇ। ਇਹ 1000 ਪੱਤਰੇ ਦਾ ਸਫੈਦ ਕਮਲ ਹੈ, ਜਿਸ ਨੂੰ ਜੋਤੀ ਰੂਪ ਦਾ ਸਿੰਘਾਸਨ ਆਖਦੇ ਹਨ। ਤੇ ਉੱਥੇ ਕਹਿੰਦੇ ਵੀ ਰੱਬ ਦਾ ਵਾਸਾ ਹੈ। 10ਵੇਂ ਦੁਆਰ ਨੂੰ ਬੜੀ ਅਹਿਮੀਅਤ ਦਿੰਦੇ ਨੇ। ਗੁਰਸਿੱਖੀ ਦੇ ਵਿੱਚ ਵਾਹਿਗੁਰੂ ਨਾਮ ਜਪਦਿਆਂ, ਗੁਰਬਾਣੀ ਪੜ੍ਹਦਿਆਂ ਜੇ ਮਹਾਰਾਜ 10ਵੇਂ ਦੁਆਰ ਤੇ ਦਰਸ਼ਨ ਕਰਾ ਦੇ ਤਾਂ ਮਹਾਂਭਲੀ, ਜੇ ਬਾਈਪਾਸ ਹੀ ਉਡਾ ਕੇ ਲੈ ਗਿਆ ਸਿੱਧਾ ਰੱਬ ਦੇ ਚਰਨਾਂ 'ਚ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੀ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ।
ਜਿਹੜਾ ਦਸਮ ਦੁਆਰ ਦੇ ਵਿੱਚ ਪ੍ਰਕਾਸ਼ ਜਾਂ ਆਵਾਜ਼ਾਂ ਤੇ ਦਸਮ ਦੁਆਰ ਵਾਲੀ ਅਵਸਥਾ ਉਹ ਹੈ ਜੋਗੀ। ਜਿਹੜਾ ਗੁਰੂ ਦਾ ਸਿੱਖ ਹੈ, ਸਾਧ ਹੈ, ਉਹ ਦਸਵੇਂ ਦੁਆਰ ਤੋਂ ਬਾਹਰ ਦੀ, ਸਰੀਰ ਤੋਂ ਉੱਪਰ ਦੀ ਤੁਰਿਆ ਅਤੀਤ ਅਵਸਥਾ ਦੇ ਵਿੱਚ ਵਿਚਰਦਾ ਹੈ। ਇਸ ਲਈ ਗੁਰਮੁਖ ਸਾਧ ਹੈ। ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ। ਗੁਰਸਿੱਖ ਜੋਗੀ ਜਾਗਦੇ ਜਦੋਂ ਬਿਰਤੀ ਜੋੜਦਾ ਤਾਂ ਗੁਰੂ ਦਾ ਸਿੱਖ ਜੋਗੀ ਹੈ। ਜਦ ਜੁੜੀ ਬਿਰਤੀ ਚੋਂ ਪ੍ਰਕਾਸ਼ ਮਿਲ ਜਾਂਦਾ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ ਸੁਰਤੀ ਬਿਰਤੀ। ਲਿਵ ਜਿਹੜੀ ਵਾਹਿਗੁਰੂ ਦੇ ਚਰਨਾਂ 'ਚ ਪਹੁੰਚ ਜਾਂਦੀ, ਉਸ ਵਕਤ ਗੁਰਮੁਖ ਸਾਧ ਹੈ। ਸੋ ਇਸ ਲਈ ਸਾਧ ਕੀ ਮਹਿਮਾ ਵੇਦ ਨ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ ਹੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ। ਇਉਂ ਰਜੋ ਸਤੋ ਤਮੋ ਤੋਂ ਉੱਪਰ ਜਿਹੜੀ ਤੁਰਿਆ ਅਵਸਥਾ ਉਹ ਸਾਧ ਦੀ ਹੈ। ਜੋ ਬ੍ਰਹਮੰਡ 'ਚ ਹੈ ਵਾਹਿਗੁਰੂ, ਉਹੀ ਪਿੰਡੇ ਸਰੀਰ ਵਿੱਚ ਹੈ। ਸਭੈ ਘਟ ਰਾਮ ਬੋਲੇ ਰਾਮਾ ਬੋਲੇ। ਆ ਜਿਹੜਾ ਗੁਰਦੁਆਰਾ ਹੈ ਇਹ ਹਿਰਦੇ ਵਿੱਚ ਹੈ। ਹਰ ਮੰਦਰ ਇਹੋ ਸਰੀਰ ਹੈ। ਹਰੀ ਦੇ ਰਹਿਣ ਦੀ ਜਗ੍ਹਾ ਇਹ ਸਰੀਰ ਹੀ ਰੱਬ ਨੇ ਬਣਾਇਆ ਹੋਇਆ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਈ ਹੈ ਇਹ ਅੰਦਰ ਵੀ ਚੱਲ ਰਹੀ ਹੈ। ਵਾਹਿਗੁਰੂ ਨਾਮ ਹਿਰਦੇ ਨੌਨਿਧਿ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿਸ ਕਾ ਵਿਸਰਾਮ। ਗੱਲ ਸੁਰਤੀ ਦੀ ਹੈ। ਜੇ ਜਪਜੀ ਸਾਹਿਬ 'ਚ ਜੋੜ ਲਓਗੇ ਤਾਂ ਜਪਜੀ ਸਾਹਿਬ ਚੱਲੂਗਾ। ਜੇ ਸੁਖਮਨੀ ਸਾਹਿਬ 'ਚ ਜੋੜ ਲਓਗੇ ਸੁਖਮਨੀ ਸਾਹਿਬ ਚੱਲੂਗਾ। ਗੱਲ ਤਾਂ ਆਪਦੇ ਧਿਆਨ ਦੀ ਹੈ। ਕਾਮ ਵੀ ਇਹਦੇ ਵਿੱਚ ਹੀ ਹੈ। ਜੇ ਕਾਮ ਦਾ ਫੁਰਨਾ ਫਿਰ ਉਹੀ ਦਿਮਾਗ ਨੂੰ ਚੜ੍ਹ ਜਾਊਗਾ। ਗੱਲ ਸੋਚ ਦੀ ਹੈ। ਜੋ ਸੋਚੀ ਜਾਓਗੇ ਉਹੀ ਅੰਦਰ ਬਣੀ ਜਾਣਾ ਹੈ। ਜਿਸ ਤਰ੍ਹਾਂ ਦਿਨੇ ਜੋ ਕੁਝ ਵੇਖੀਏ ਜਾਂ ਸੋਚੀਏ ਉਹਦਾ ਸੁਪਨਾ ਰਾਤ ਨੂੰ ਹੁੰਦਾ। ਇਉਂ ਬਿਰਤੀ ਜਿੱਥੇ ਟਿਕਾ ਲਓ ਉੱਥੇ ਟਿਕ ਜਾਂਦੀ ਹੈ। ਜੇ ਚੰਗੇ ਪਾਸੇ ਲਾਓਗੇ ਤਾਂ ਉੱਚਾ ਜੀਵਨ ਕਰਨ ਲਈ ਸੰਗਤ ਦੇ ਵਿੱਚ ਬੈਠ ਕੇ ਚੰਗੇ ਪਾਸੇ ਬਿਰਤੀ, ਜਿੰਨੀ ਲੰਬੀ ਖਜੂਰ ਹੁੰਦੀ ਵੇਲ ਵੀ ਉਨੀ ਉੱਪਰ ਚੜ੍ਹ ਜਾਂਦੀ ਹੈ। ਤੋ ਇਉਂ ਜਿੰਨਾ ਵੱਡਾ ਮਹਾਰਾਜ ਹੈ, ਜਿੰਨੀ ਵੱਡੀ ਸੰਗਤ ਹੈ, ਇਹਦਾ ਆਸਰਾ ਲਾਂਗੇ ਬਿਰਤੀ ਉਸ ਪਰਮਾਤਮਾ 'ਚ ਉੱਪਰ ਚੜ੍ਹ ਜਾਊਗੀ। ਗੱਲ ਧਿਆਨ ਦੀ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਇਹ ਆਪ ਨੂੰ ਅਕਥ ਕਥਾ ਸਰਵਣ ਕਰਵਾਈ ਹੈ। ਮਾਨ ਸਰੋਵਰ ਕਰਿ ਇਸ਼ਨਾਨ। ਹੇਮਕੁੰਟ ਸਾਹਿਬ ਤਾਂ ਸਾਰੇ ਗਏ ਨੇ। ਮੰਮੀ ਗਿਆ 2 ਵਾਰ। ਅਖੰਡ ਪਾਠ ਸਾਹਿਬ ਦੀ ਸੇਵਾ ਦੋਵੇਂ ਵਾਰ ਮਹਾਰਾਜ ਨੇ ਲਈ। ਉਹ ਤੋਂ ਅੱਗੇ ਕਾਗਪਸੁੰਡ ਹੈ, ਉੱਥੇ ਨਹੀਂ ਆਪਾਂ ਗਏ। ਸਿੰਘ ਜਾ ਕੇ ਆਏ ਨੇ, ਉੱਥੇ ਵੀ ਸਹਿਜ ਪਾਠ ਕੀਤਾ। ਤੇ ਉਹਦੇ ਤੋਂ ਅੱਗੇ ਮਾਨ ਸਰੋਵਰ ਚਾਈਨਾ ਦੇ ਵਿੱਚ ਕਹਿੰਦੇ ਪੈ ਜਾਂਦਾ। ਇਹੀ ਮਾਨ ਸਰੋਵਰ ਸਾਡੇ ਅੰਦਰ ਵੀ ਹੈ। ਦਸਮ ਦੁਆਰ ਜਾਂ ਸ਼ੁੱਧ ਅੰਤःਕਰਨ ਵਿੱਚ ਸਰਵਣ ਮੰਨਣ ਨਿਧਿਆਸਨ ਰੂਪ ਨਹਾਉਣਾ ਕਰੋ। ਸਤ ਸੰਗਤ ਰੂਪ ਮਾਨ ਸਰੋਵਰ ਵਿੱਚ ਗੁਰਾਂ ਦੇ ਉਪਦੇਸ਼ ਨੂੰ ਕਮਾਉਣ ਰੂਪ ਇਸ਼ਨਾਨ ਕਰੋ। ਜਾਂ ਬ੍ਰਹਮ ਰੂਪ ਮਾਨ ਸਰੋਵਰ ਵਿੱਚ ਚਿੱਤ ਨੂੰ ਇਕਾਗਰ ਕਰਕੇ ਆਪਾ ਭਾਵ ਮੇਟਣ ਰੂਪ ਇਸ਼ਨਾਨ ਕਰੋ। ਸੋਹੰ ਸੋ ਜਾ ਕਉ ਹੈ ਜਾਪ। ਜੋਗੀਆਂ ਦੇ ਅਭਿਆਸ ਲਈ ਕਥਨ ਕਰਦੇ ਨੇ ਉਹ ਪ੍ਰਭੂ ਮੇਰਾ ਰੂਪ ਹੈ ਤੇ ਮੈਂ ਉਸ ਪ੍ਰਭੂ ਦਾ ਰੂਪ ਹਾਂ। ਜਾਂ ਉਹ ਜੋ ਤੁੰਗ ਪਦ ਦਾ ਲਾਖਰਤ ਰੂਪ ਤੇ ਤਤਪਰ ਦਾ ਲਾਖਰਤ ਰੂਪ ਆਤਮਾ ਤੇ ਪਰਮਾਤਮਾ ਦੀ ਏਕਤਾ ਵਾਲਾ, ਜਿਸ ਦਾ ਜਾਪ ਹੈ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਜਾਂ ਕੋ ਲਿਪਤ ਨ ਹੋਏ ਪੁੰਨ ਅਰ ਪਾਪ। ਜਿਸ ਪਰਮਾਤਮਾ ਨੂੰ ਵਸਦਾ ਜੀਵਾਂ 'ਚ ਹੀ ਹੈ, ਪਰ ਜੀਵਾਂ ਦੇ ਪਾਪਾ ਪੁੰਨਾਂ ਦਾ ਲੇਪ ਨਹੀਂ ਉਹਨੂੰ ਲੱਗਦਾ। ਇਹ ਲਪਾਈ ਮਾਨਤਾ ਨਹੀਂ ਹੁੰਦੀ। ਜਿਵੇਂ ਸੂਰਜ ਆਕਾਸ਼ ਤਾਂ ਗੰਦੇ ਪਾਣੀ 'ਚ ਵੀ ਪਾਉਂਦਾ, ਸਾਫ਼ 'ਚ ਵੀ ਪਾਉਂਦਾ। ਗੰਦੇ 'ਚ ਗੰਦਾ, ਸਾਫ਼ 'ਚ ਸਾਫ਼ ਦਿਖਦਾ, ਪਰ ਸੂਰਜ ਮੈਲਾ ਨਹੀਂ ਹੁੰਦਾ, ਉਹ ਤਾਂ ਆਕਾਸ਼ ਵਿੱਚ। ਸੋ ਜਿਵੇਂ ਸੈਟੇਲਾਈਟ ਨਹੀਂ ਸਾਰਾ ਕੁਝ ਆਪਾਂ ਦੇਖ ਰਹੇ ਹਾਂ, ਪਰ ਉਹ ਲਾਈਟ ਦਾ ਉੱਪਰ ਹੈ, ਫਿਟਿੰਗ ਦਾ ਉੱਪਰ ਹੋਈ ਪਈ ਹੈ। ਜਿਸ ਤਰ੍ਹਾਂ ਪ੍ਰੋਜੈਕਟਰ ਹੁੰਦਾ ਹੈ, ਉਹ ਭਾਵੇਂ ਕੰਧ ਤੇ ਪਾ ਲਓ ਤੇ ਭਾਵੇਂ ਉਹ ਸਾਫ਼ ਸਕਰੀਨ ਪਰਦੇ ਤੇ ਪਾ ਲਓ, ਸਾਊਂਡ ਦੇ ਸਿਸਟਮ ਵੱਖਰੇ ਲੱਗਦੇ ਨੇ। ਪ੍ਰੋਜੈਕਟਰ ਨੇ ਤਾਂ ਅਕਸ਼ ਪਾਉਣਾ, ਪ੍ਰਤੀਬਿੰਬ ਉੱਥੇ ਤਾਂ ਨਹੀਂ ਜਾਂਦਾ ਸਕਰੀਨ ਦੇ ਵਿੱਚ।
ਦਿਖਦਾ ਹੈ। ਕਿਉਂ ਰੱਬ ਇਹ ਨਹੀਂ ਵੀ ਸਾਡੇ ਅੰਦਰ ਵੜ ਕੇ ਚੌਂਕੜਾ ਮਾਰ ਕੇ ਬੈਠਾ ਹੋਇਆ ਵੀ ਤੁਹਾਡੇ 'ਚ ਨਹੀਂ ਜਾਂ ਹੋਰ ਕਿਸੇ 'ਚ ਨਹੀਂ। ਉਹਦਾ ਇੱਕ ਪ੍ਰੋਜੈਕਟਰ ਦੇ ਰਾਹੀਂ ਪ੍ਰਤੀਬਿੰਬ ਪੈ ਰਿਹਾ, ਅਕਸ਼ ਪੈ ਰਿਹਾ। ਉਹੀ ਚੇਤਨ ਹੈ ਜੋ ਸਾਰਿਆਂ ਦੀ ਸ਼ਕਤੀ, ਜਿਸ ਤਰ੍ਹਾਂ ਕਰੰਟ ਹੈ ਤੇ ਉਹ ਦੂਰੋਂ ਹੀ ਮਾਰ ਕਰਦਾ ਹੈ। ਆ ਜਿਹੜੀਆਂ ਹਾਈ ਵੋਲਟੇਜ ਲਾਈਨਾਂ ਨੇ ਇਹ ਬੰਦੇ ਨੂੰ 5 ਫੁੱਟ ਦੂਰ ਤੋਂ ਹੀ ਖਿੱਚ ਲੈਂਦੀਆਂ ਨੇ, ਇੰਨੀ ਮਹਾਰਾਜ ਦੀ ਪਾਵਰ ਹੈ ਪਰਮਾਣੂ ਸ਼ਕਤੀ ਤੋਂ। ਵੀ ਉਹ ਅਕਸ਼ੀ ਉਹਦਾ ਸਾਡੇ 'ਚ ਕੰਮ ਕਰ ਰਿਹਾ, ਉਹ ਆਪ ਸਾਡੀ ਮੈਲ ਨਾਲ ਮੈਲਾ ਨਹੀਂ ਹੁੰਦਾ। ਬਰਨ ਬਰਨ ਕਾਮ ਨਹੀਂ ਛਾਮਾ, ਨੀਚ ਵਰਨ ਚੰਗੇ ਵਰਨ ਨੂੰ ਦੁੰਦਵਾ ਤੋਂ ਰਹਿਤ, ਵਰਣਨ ਕਰਨ ਤੋਂ ਅਕਥ ਸਰੂਪ ਹੈ। ਸਾਰੇ ਰੰਗਾਂ 'ਚ ਮਿਲਿਆ ਹੋਇਆ, ਰੰਗ ਤੋਂ ਰਹਿਤ। ਉਹਦੇ ਸਰੂਪ ਦੇ ਵਿੱਚ ਨਾ ਧੁੱਪ ਹੈ ਤੇ ਨਾ ਛਾਂ ਹੈ, ਨਾ ਦੁੱਖ ਹੈ ਤੇ ਨਾ ਸੁੱਖ ਹੈ। ਦੁੱਖ ਸੁੱਖ ਆਦਿਕ ਦੁੰਦਵਾ ਤੋਂ ਰਹਿਤ ਇੱਕ ਰਸ ਰੂਪ ਹੈ। ਮਤਲਬ ਅਸੀਂ ਰੋਂਦੇ ਹਾਂ, ਰੱਬ ਨਹੀਂ ਰੋਂਦਾ। ਸਾਡੇ ਅੰਦਰ ਬੈਠਾ ਹੋਇਆ ਉਹ ਨਹੀਂ ਰੋਂਦਾ। ਅਸੀਂ ਖੁਸ਼ ਹੁੰਦੇ ਹਾਂ, ਖੁਸ਼ ਨਹੀਂ ਹੁੰਦਾ। ਉਹ ਤਾਂ ਨਿਰਲੇਪ ਹੈ ਸਾਡੇ ਦੁੱਖ ਸੁੱਖ ਤੋਂ। ਅਵਰ ਨ ਪਾਈਆ ਗੁਰ ਕੀ ਸਾਮ, ਐਸਾ ਸਮਰਥ ਹਰ ਜੀਉ ਆਪ ਪਰਮਾਤਮਾ ਗੁਰਾਂ ਦੀ ਸ਼ਰਨ ਤੋਂ ਬਿਨਾਂ ਕਿਸੇ ਹੋਰ ਯਤਨ ਦੁਆਰਾ ਨਹੀਂ ਪਾ ਸਕੀਦਾ, ਕਿਸੇ ਹੋਰ ਸਾਧਨ ਦੁਆਰਾ ਨਹੀਂ ਪਾਈਦਾ। ਗੁਰਾਂ ਦੀ ਸ਼ਰਨ ਵਿੱਚ ਹੀ ਪਾਈਦਾ ਹੈ। ਤਾਰੀ ਨਾ ਤਾਰੈ ਆਵੈ ਨਾ ਜਾਏ, ਐਸੇ ਸਰੂਪ 'ਚ ਲੱਗੀ ਹੋਈ ਬਿਰਤੀ ਕਿਸੇ ਸੰਕਲਪ ਆਦਿਕ ਦੀ ਟਾਲੀ ਹੋਈ ਟਲਦੀ ਨਹੀਂ, ਤੇ ਨਾ ਹੀ ਕਿਸੇ ਸੰਸਕਾਰਾਂ ਵਿੱਚ ਆਉਂਦੀ ਜਾਂਦੀ ਹੈ। ਸੁਨ ਸਹਿਜ ਮਹਿ ਰਹਿਓ ਸਮਾਏ, ਐਸੀ ਬਿਰਤੀ ਲਾਉਣ ਵਾਲਾ ਮਨੁੱਖ ਆਉਂਦਾ ਜਾਂਦਾ, ਜੰਮਦਾ ਮਰਦਾ ਨਹੀਂ। ਅਫੁਰ ਸਰੂਪ ਬ੍ਰਹਮ ਦੇ ਸਹਿ ਸਰੂਪ 'ਚ ਲੀਨ ਹੋ ਕੇ ਰਹਿੰਦਾ। ਜੋਗੀ ਪੁਰਖ ਦਸਮ ਦੁਆਰ ਵਿੱਚ ਉਹਦੇ ਆਨੰਦ 'ਚ ਲੀਨ ਰਹਿੰਦਾ ਹੈ। ਮਨ ਮਤੇ ਜਨ ਜੇ ਕੋਏ, ਭਾਈ ਇਹ ਸਾਰੀ ਖੇਡ ਮਨ ਦੇ ਵਿੱਚ ਵਰਤ ਰਹੀ ਹੈ। ਇਹ ਸਾਰੀ ਦਾਤ ਮਨ ਦੇ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਤੇ ਮਨ ਮੈਂ ਜੋਤ, ਜੋਤ ਮੈਂ ਮਨੁਆ। ਸੋ ਇਉਂ ਮਨ ਦੇ ਵਿੱਚ ਹੀ ਜੋਤ ਹੈ, ਜੋਤ 'ਚ ਮਨ ਹੈ। ਜੇਕਰ ਕੋਈ ਇਸ ਨੂੰ ਜਾਣ ਲਵੇ, ਜੋ ਬੋਲੇ ਸੋ ਆਪੇ ਹੋਏ, ਐਸਾ ਨਿਸ਼ਚਾ ਹੋ ਜਾਂਦਾ ਕਿ ਜੋ ਵੀ ਕੋਈ ਬੋਲ ਰਿਹਾ ਉਹ ਪ੍ਰਭੂ ਆਪ ਹੀ ਹੁੰਦਾ ਹੈ। ਭਾਵ ਸਾਰੇ ਅੰਦਰ ਚੇਤਨ ਪ੍ਰਭੂ ਆਪ ਹੀ ਬੋਲ ਰਿਹਾ ਹੈ। ਜਾਂ ਜੋ ਕੋਈ ਮਨੁੱਖ ਆਪਣੇ ਮਨ ਦੇ ਵਿੱਚ ਪਰਮਾਤਮਾ ਨੂੰ ਵਸਦਾ ਜਾਣ ਲੈਂਦਾ ਹੈ, ਉਹ ਜੋ ਕੁਝ ਵੀ ਬੋਲਦਾ ਉਹ ਕੁਝ ਆਪਣੇ ਆਪ ਹੀ ਹੋ ਜਾਂਦਾ। ਇੱਕ ਸਾਧ ਬਚਨ ਅਟਲਾਦਾ, ਉਹ ਆਪਣਾ ਆਪ ਰੂਪ ਭਾਵ ਪਰਮਾਤਮਾ ਦਾ ਸਰੂਪ ਹੋ ਜਾਂਦਾ ਹੈ। ਜੋਤ ਮੰਤਰ ਮਨ ਅਸਥਿਰ ਕਰੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। हे ਭਾਈ, ਜੋ ਪੁਰਖ ਗੁਰਾਂ ਦੇ ਉਪਦੇਸ਼ ਦੁਆਰਾ ਜੋਤੀ ਸਰੂਪ 'ਚ ਆਪਣੇ ਮਨ ਦੀ ਬਿਰਤੀ ਨੂੰ ਅਸਥਿਤ ਕਰਦਾ ਹੈ। ਕਹੈ ਕਬੀਰ ਸੋ ਪ੍ਰਾਨੀ ਤਾਰੈ, ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਜਿਹੜਾ ਪੁਰਾਣਾ ਧਾਰੀ ਜੀਵ ਹੈ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ, ਉਹ ਸੰਸਾਰ ਸਮੁੰਦਰ ਤੋਂ ਮੁਕਤ ਹੋ ਜਾਂਦਾ ਹੈ। ਇਹ ਗੁਰੂ ਜੀ ਮਹਾਰਾਜ ਨੇ ਲੜੀਵਾਰ ਪਾਵਨ ਕਥਾ ਦੇ ਵਿੱਚ ਸ਼ੁਭ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੇ ਆਪਾਂ ਆਪਣੇ ਹਿਰਦੇ 'ਚ ਵਸਾ ਲਾਂਗੇ ਤੇ ਗੁਰੂ ਮਹਾਰਾਜ ਦੀ ਸਾਡੇ 'ਤੇ ਵੀ ਕਿਰਪਾ ਹੋ ਜਾਊਗੀ। ਸੋ ਹਿਰਦੇ ਦੇ ਵਿੱਚ ਵਸਾਉਣ ਦੇ ਨਾਲ ਹੀ ਮਹਾਰਾਜ ਦੀ ਕਿਰਪਾ ਹੁੰਦੀ ਹੈ। ਸੋ ਆਓ ਗੁਰੂ ਚਰਨਾਂ 'ਚ ਅਰਦਾਸ ਕਰੀਏ। ਇਹ ਸੱਚੇ ਪਾਤਸ਼ਾਹ, ਇਹ ਜੋ ਬ੍ਰਹਮ ਗਿਆਨ ਦਾ ਉਪਦੇਸ਼ ਆਪ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਸਾਡੇ ਹਿਰਦਿਆਂ 'ਚ ਵਸ ਜਾਏ, ਤਾਂ ਕਿ ਅਸੀਂ ਇਸ ਦੀ ਕਮਾਈ ਕਰਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਪ੍ਰਾਪਤ ਕਰ ਸਕੀਏ ਜੀ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੀ। ਜੋਤ ਮੰਤਰੈ ਮਨ ਅਸਥਿਰ ਕਰੈ, ਕਹੈ ਕਬੀਰਾ ਸੋ ਪ੍ਰਾਨੀ ਤਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ
ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ 31 ਅਕਤੂਬਰ ਹੈ, ਯਾਨੀ ਸ਼ਹੀਦ ਭਾਈ ਬੇਅੰਤ ਸਿੰਘ ਸਾਹਿਬ ਜੀ ਨੇ ਇਸ ਦਿਨ ਆਪਣੇ ਜੀਵਨ ਦੀ ਆਹੁਤੀ ਦੇ ਕੇ ਜੋ ਮਹਾਨ ਕਾਰਨਾਮਾ ਕੀਤਾ, ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਦਾ ਬਚਨ ਹੈ ਕਿ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਤੋਂ ਵੀ ਉਹਨਾਂ ਨੇ ਵੱਡੀ ਕੁਰਬਾਨੀ ਕੀਤੀ। ਭਾਵ ਉਹਨਾਂ ਦੀ ਕੁਰਬਾਨੀ ਮਹਾਂਪੁਰਖਾਂ ਨਾਲੋਂ ਵੀ ਮਹਾਨ ਹੋ ਗਈ, ਕਿਉਂਕਿ ਮਹਾਂਪੁਰਖਾਂ ਨੇ ਧਰਮ ਯੁੱਧ ਲੜਿਆ। ਸਿੱਖ ਕੌਮ ਦੇ ਜਿਹੜੇ ਹੱਕ ਸਨ ਉਹਨਾਂ ਦੀ ਆਵਾਜ਼ ਉਠਾਈ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਵਿੱਚ, ਜੋ ਅੱਜ ਸਾਡੇ ਕਿਸਾਨ ਤਰਲੇ ਲੈ ਰਹੇ ਨੇ ਧਰਨੇ ਲਾ ਕੇ। ਔਰ ਉਹਨਾਂ ਨੂੰ ਕੱਲ ਪਰਸੋਂ ਦੀ ਖਬਰ ਹੈ ਕਿ ਮਾਨਸਾ ਦੀਆਂ 3 ਮਾਈਆਂ ਇੱਕ ਟਰੱਕ ਨੇ ਕੁਚਲ ਦਿੱਤੀਆਂ। ਕਾਫੀਆਂ ਪਰ ਟਰੱਕ ਚੜਿਆ, ਪਿੱਛੇ ਜੇ ਯੂਪੀ ਦੇ ਵਿੱਚ। ਇਹ ਸਭ ਕੁਝ ਮਹਾਂਪੁਰਖਾਂ ਨੇ ਉਸ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਆਪਣੇ ਹੱਕਾਂ ਬਾਰੇ ਲਿਖਿਆ ਹੋਇਆ ਸੀਗਾ। ਬਸ ਇਹੀ ਧਰਮ ਦਾ ਹੀ ਸਾਰਾ ਝਗੜਾ ਸੀ, ਕੋਈ ਉਹਨਾਂ ਦਾ ਆਪਣਾ ਨਿੱਜੀ ਨਹੀਂ ਸੀਗਾ। ਪਰ ਬੀਬੀ ਇੰਦਰਾ ਨੇ ਉਹਨਾਂ ਨਾਲ ਵੈਰ ਕਰਕੇ ਤੇ ਇਸ ਨੂੰ ਬਹੁਤ ਵੱਡਾ ਮੁੱਦਾ ਬਣਾ ਲਿਆ। ਗੱਲਬਾਤ ਟੇਬਲ ਤੇ ਹੁੰਦੀ ਹੈ, ਗੋਲੀਆਂ ਤੋਪਾਂ ਤੇ ਟੈਂਕਾਂ ਦੇ ਨਾਲ ਨਹੀਂ। ਪਿੱਛੇ ਜੇ ਮੈਂ ਵੇਖ ਰਿਹਾ ਸੀ ਤਸਵੀਰ ਵਿੱਚ ਕਿ ਅਮਰੀਕਾ ਦੀ ਫੌਜ ਨੇ ਗੋਡੇ ਟੇਕੇ ਹੋਏ ਨੇ, ਹੱਥ ਜੋੜ ਕੇ ਮੱਥਾ ਟੇਕ ਰਹੇ ਨੇ। ਕਿੰਨਾਂ ਨੂੰ? ਮੁਜ਼ਾਹਰਾਕਾਰੀਆਂ ਨੂੰ। ਮਤਲਬ ਸਰਕਾਰ ਨੇ ਅਮਰੀਕਾ ਦੇ ਵਿੱਚ ਮੁਜ਼ਾਹਰਾ ਕਰ ਲਏ, ਲੋਕਾਂ ਨੂੰ ਦਬਾਉਣ ਲਈ, ਕੰਟਰੋਲ ਲਈ ਫੌਜ ਭੇਜੀ, ਪੁਲਿਸ ਭੇਜੀ। ਉਹਨਾਂ ਜਨਤਾ ਅੱਗੇ ਗੋਡੇ ਟੇਕ ਕੇ ਹੱਥ ਜੋੜ ਦਿੱਤੇ, ਹਥਿਆਰ ਸੁੱਟ ਦਿੱਤੇ ਵੀ ਅਸੀਂ ਆਪਦੇ ਦੇਸ਼ ਦੀ ਜਨਤਾ ਦੇ ਉੱਪਰ ਗੋਲੀਆਂ ਨਹੀਂ ਚਲਾ ਸਕਦੇ, ਕਿਉਂਕਿ ਜਿਹੜੀ ਫੌਜ ਹੁੰਦੀ ਹੈ ਉਹ ਵਿਰੋਧੀ ਦੇਸ਼ਾਂ ਵਾਸਤੇ ਹੁੰਦੀ ਹੈ, ਦੁਸ਼ਮਣਾਂ ਵਾਸਤੇ ਹੁੰਦੀ ਹੈ। ਸਾਡੇ ਜਿਹੜੇ ਲੋਕ ਨੇ, ਜਿਹੜੇ ਸਿੱਖ ਨੇ, ਇਸ ਦੇਸ਼ ਦੇ ਦੁਸ਼ਮਣ ਨਹੀਂ। ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਜੇ 90 ਨਹੀਂ ਤਾਂ 80-85% ਕੁਰਬਾਨੀਆਂ ਸਿੱਖਾਂ ਦੀਆਂ ਨੇ। ਸਿੱਖਾਂ ਨੂੰ ਆਪਾਂ ਅੱਤਵਾਦੀ ਜਾਂ ਮਾੜੇ ਜਾਂ ਦੇਸ਼ ਵਿਰੋਧੀ ਕਿਵੇਂ ਕਹਿ ਸਕਦੇ ਹਾਂ? ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਸੁਖਦੇਵ ਇਤਿਆਦਿਕ ਅਨੇਕਾਂ ਹੀ ਕੁਰਬਾਨੀਆਂ ਵਾਲੇ ਨੌਜਵਾਨ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣੀ ਜਾਨ ਦੀ ਆਹੂਤੀ ਦਿੱਤੀ, ਉਹ ਦੇਸ਼ ਦੇ ਵਿਰੋਧੀ ਕਿਵੇਂ ਹੋ ਸਕਦੇ ਨੇ? ਔਰ ਜਦੋਂ ਪਾਕਿਸਤਾਨ ਬਣਿਆ ਸੀਗਾ, ਜੇ ਵਿਰੋਧੀ ਹੁੰਦੇ ਤਾਂ ਪਾਕਿਸਤਾਨ ਦੇ ਨਾਲ ਹੀ ਰਲ ਜਾਂਦੇ ਜਾਂ ਆਪਦੇ ਵੱਖਰੇ ਦੇਸ਼ ਦੀ ਡਿਮਾਂਡ ਕਰਦੇ। ਉਸ ਵਕਤ ਗਾਂਧੀ ਤੇ ਜਵਾਹਰ ਲਾਲ ਨਹਿਰੂ ਨੇ ਆਖਿਆ ਸੀ ਕਿ ਜਿਸ ਦਿਨ ਤੁਹਾਡੇ ਹੱਕਾਂ ਦੇ ਵਿਰੁੱਧ ਅਸੀਂ ਚਲੇ ਗਏ, ਉਸ ਦਿਨ ਤੁਸੀਂ ਆਪ ਦੀ ਆਜ਼ਾਦੀ ਦੀ ਆਵਾਜ਼ ਉਠਾ ਸਕਦੇ ਹੋ, ਤਾਂ ਤੁਹਾਡੀ ਗੱਲ ਨੂੰ ਸੁਣਿਆ ਜਾਏਗਾ ਬਕਾਇਦਾ। ਮਹਾਂਪੁਰਖਾਂ ਦਾ ਬਸ ਇਹੀ ਬਚਨ ਸੀਗਾ। ਬੀਬੀ ਨੇ ਬਹੁਤਾ ਗੁੱਸਾ ਕਰ ਲਿਆ ਔਰ ਸਿੱਖਾਂ ਦੀ ਲੜਾਈ 'ਚ ਬਦਲ ਦਿੱਤਾ। ਔਰ ਦਿਨ ਕਿਹੜਾ ਚੁਣਿਆ? 5ਵੇਂ ਪਾਤਸ਼ਾਹ ਜੀ ਦੇ ਗੁਰਪੁਰਬ ਦਾ। ਮੈਂ ਅੰਮ੍ਰਿਤਸਰ ਸ਼ਹਿਰ ਦਾ ਨਿਵਾਸੀ ਹਾਂ, ਸਾਡਾ ਪਿੰਡ 15 ਕਿਲੋਮੀਟਰ ਹੀ ਦੂਰ, ਅਸੀਂ ਅੱਖੀਂ ਵੇਖਿਆ। ਮਤਲਬ ਕੋਈ ਏਡੀ ਵੱਡੀ ਗੱਲ ਨਹੀਂ ਸੀ। ਕੋਈ ਬੰਦਾ ਹੁਣ ਗੁਰਦੁਆਰੇ ਦੇ ਅੰਦਰ ਬੈਠਾ ਹੋਇਆ ਹੈ, ਉਹਨੂੰ ਘੇਰਾ ਪਾ ਕੇ ਤੰਗ ਕੀਤਾ ਜਾ ਸਕਦਾ, ਭਾਵੇਂ ਅੰਦਰ ਨਾ ਵੀ ਆਈਏ, ਉਹਦਾ ਰੋਟੀ ਪਾਣੀ ਬੰਦ ਕਰ ਦਿਓ, ਉਹਨੂੰ ਕਹੋ ਵੀ ਬਾਹਰ ਆ ਕੇ ਗੱਲ ਕਰ ਭਾਈ, ਉਹਨੂੰ ਫੜਿਆ ਜਾ ਸਕਦਾ, ਕੁਝ ਵੀ ਹੋ ਸਕਦਾ। ਸਪੋਜ਼ ਟੂ ਮਹਾਂਪੁਰਖ ਤਾਂ ਸਾਡੇ ਲਈ ਸੰਤ ਨੇ, ਜੇ ਉਹਨਾਂ ਵਾਸਤੇ ਅੱਤਵਾਦੀ ਸੀਗੇ ਜਾਂ ਨਾਲ ਦੇ ਸਿੰਘ ਵੱਧ ਤੋਂ ਵੱਧ 30 ਜਾਂ 35, ਤਾਂ ਉਹਨਾਂ ਨੂੰ ਵੱਖਰੇ ਤੌਰ ਤੇ ਗੱਲ ਕੀਤੀ ਜਾ ਸਕਦੀ ਸੀ। ਚਲੋ ਉੱਥੇ ਤਾਂ ਮੰਨ ਲਿਆ, ਬਾਕੀ 37 ਗੁਰਦੁਆਰਿਆਂ ਦੇ ਵਿੱਚ ਕਿਹੜੇ ਅੱਤਵਾਦੀ ਸੀਗੇ ਭਾਈ? ਇਹ ਗਿਣੀ ਮਿਥੀ ਸਾਜ਼ਿਸ਼ ਮੁਤਾਬਕ ਸਿੱਖਾਂ ਨੂੰ ਸਬਕ ਸਿਖਾਉਣ ਬਾਰੇ ਫੌਜ ਨੂੰ ਟ੍ਰੇਨਡ ਕੀਤਾ ਗਿਆ ਔਰ ਦਰਬਾਰ ਸਾਹਿਬ ਦਾ ਨਕਸ਼ਾ ਬਣਾ ਕੇ ਉਹਦੇ ਤੇ ਰਿਹਰਸਲ ਕੀਤੀ ਗਈ, ਬਕਾਇਦਾ ਆਰਡਰ ਦਿੱਤੇ ਗਏ। ਅੰਮ੍ਰਿਤਸਰ ਦੇ ਡੀਸੀ ਨੇ ਆਖਿਆ ਸੀ ਵੀ ਮੈਂ ਸੰਤਾਂ ਨੂੰ ਬੁਲਾ ਕੇ ਗੱਲ ਕਰ ਲੈਣਾ, ਉਹਨੂੰ ਖਬਰਦਾਰ ਕਿਹਾ ਗਿਆ ਵੀ ਚੁੱਪ, ਬੋਲਣਾ ਨਹੀਂ ਸਾਡੇ ਗੱਲ 'ਚ। ਇਹ ਗਿਣੀ ਮਿਥੀ ਸਾਜ਼ਿਸ਼ ਸੀ। ਸ਼ਹੀਦ ਬੇਅੰਤ ਸਿੰਘ ਨੇ ਗੰਨ ਚੁੱਕਣੀ ਨਹੀਂ ਸੀ, ਕਿਉਂਕਿ ਉਹ ਤਾਂ ਕਾਂਗਰਸ ਦਾ ਵਫਾਦਾਰ ਸੀ, ਸ਼ੁਰੂ ਤੋਂ ਉਹਨਾਂ ਦੇ ਦਾਦੇ ਪੜਦਾਦੇ ਕਾਂਗਰਸ ਹੀ ਸੀਗੇ। ਉਹਨੇ ਕੀ ਸੁਣਿਆ? ਲਲਿਤ ਮਾਕਣ ਜਿਹੜਾ ਉਹਦਾ ਨਿੱਜੀ ਪਰਸਨਲ ਪੀਏ ਸੀਗਾ ਬੀਬੀ ਦਾ,
ਤੇ ਉਹਨੇ ਕਿਤੇ ਉਹਦੇ ਕੋਲ ਬਕਵਾਸ ਮਾਰ ਦਿੱਤੀ ਕਿ ਬੀਬੀ ਦੇ ਮਨ ਦੀ ਇਹ ਗੱਲ ਹੈ ਵੀ ਜਦ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆ ਹੁਣ ਅੱਗੇ ਨਵੰਬਰ 'ਚ ਆਉਣਾ ਹੈ, ਵੀ ਜੂਨ 84 ਦਾ ਜਿਹੜਾ ਘੱਲੂਘਾਰਾ ਹੋਇਆ ਇਹਦੇ ਤਹਿਤ ਹੀ ਜਦੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਵੇਗਾ ਉਦੋਂ ਵੱਡੇ ਮਿਸ਼ਨ ਦੇ ਤਹਿਤ ਇਹ ਸਾਰੀ ਲੜਾਈ ਲੜੀ ਜਾਏਗੀ ਪਾਕਿਸਤਾਨ ਦੇ ਨਾਲ, ਤੇ ਛੇੜਖਾਨੀ ਕਰਕੇ ਉਹ ਬਾਰਡਰ ਖੋਲ੍ਹ ਕੇ ਤੇ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਨੂੰ ਇੱਥੋਂ ਦੀ ਜਨਤਾ ਨੂੰ ਤਬਾਹ ਕੀਤਾ ਜਾਵੇਗਾ। ਜਦ ਉਹਨੇ ਸੁਣਿਆ ਉਹਦੇ ਦਿਲ ਨੂੰ ਬੜਾ ਧੌਂਕਾ ਲੱਗਾ ਵੀ ਉਹ ਮਨਾ, ਜੇ ਮੇਰੀ ਇੱਕ ਜਾਨ ਦੀ ਆਹੁਤੀ ਦੇਣ ਦੇ ਨਾਲ ਇੰਨਾ ਕੁਛ ਬਚ ਸਕਦਾ ਤੇ ਮੈਂ ਕੁਛ ਕਰਾਂ। ਉਹ ਅੰਮ੍ਰਿਤਧਾਰੀ ਨਹੀਂ ਸੀਗਾ, ਕੱਟੜ ਕਾਂਗਰਸੀ ਸੀਗਾ। ਜਦ ਛੁੱਟੀ ਆਇਆ ਉਹਨੇ ਅੰਮ੍ਰਿਤ ਛਕਿਆ, ਗੁਰੂ ਜੀ ਦਾ ਸਿੰਘ ਬਣਿਆ ਅਕਾਲ ਤਖਤ ਤੇ। ਫਿਰ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਔਰ ਹੁਕਮਨਾਮਾ ਲਿਆ। ਹੁਕਮਨਾਮਾ ਆਇਆ 644 ਤੇ 45 ਅੰਗ ਦੇ ਸੋਰਠ ਦੀ ਵਾਰ ਦਾ, ਸ਼ਲੋਕ ਮਹੱਲਾ ਤੀਜਾ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾ। ਕਹਿੰਦਾ ਬਸ ਹੁਣ ਮਹਾਰਾਜ ਨੇ ਮੈਨੂੰ ਆਰਡਰ ਦੇ ਦਿੱਤਾ। ਫਿਰ ਮਹਿਤੇ ਸਾਹਿਬ ਆਇਆ। ਮਹਾਂਪੁਰਖ ਜਿਉਂਦੇ ਹੁੰਦੇ ਤਾਂ ਮੈਂ ਬਚਨ ਨਹੀਂ ਸੀ ਸੁਣਾਉਣਾ, ਕਿਉਂਕਿ ਉਹ ਚੜ੍ਹਾਈ ਕਰ ਗਿਆ। ਬਾਬੇ ਠਾਕਰ ਸਿੰਘ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਬੱਚਿਆਂ ਦਾ, ਬਾਬੇ ਕਹਿੰਦੇ ਵੀ ਤੇਰੇ ਥੋੜੋ ਨੇ, ਆ ਵੇਖ ਮੇਰੇ ਕੋਲ ਕਿੰਨੇ ਬੱਚੇ ਨੇ, 2 ਹੋਰ ਮੈਂ ਲੈ ਲੂੰਗਾ, ਤੇ ਇਸ ਲਈ ਮੇਰੀ ਜ਼ਿੰਮੇਵਾਰੀ ਹੈ। ਤੇ ਅੱਜ ਤੱਕ ਅਜੇ ਵੀ ਉਹ ਮਹਿਤੇ ਸਾਹਿਬ ਉਹਨਾਂ ਦੇ ਸਾਹਿਬਜ਼ਾਦੇ ਗਏ, ਉਹਨਾਂ ਨੂੰ ਸਰੂਪਾ ਦਿੱਤਾ ਗਿਆ। ਭਾਈ ਮੋਹਕਮ ਸੋ ਇੱਥੇ ਆਉਂਦੇ ਰਹੇ, ਬਿਮਲ ਕੌਰ ਖਾਲਸਾ ਤੇ ਉਹਨਾਂ ਦੇ ਬੱਚਿਆਂ ਦੀ ਸਾਰੀ ਸੇਵਾ ਸੰਭਾਲ ਹੁੰਦੀ ਰਹੀ। ਉਹ ਮਹਾਂਪੁਰਖਾਂ ਤੋਂ ਹੁਕਮ ਲੈ ਕੇ ਔਰ ਨਾਲ ਭਾਈ ਸਤਵੰਤ ਸਿੰਘ ਜੀ ਜੋ ਅਗਵਾਨ ਪਿੰਡ ਦੇ ਸਨ, ਉਹਨਾਂ ਦੀ ਮਦਦ ਲਈ ਔਰ ਬੜਾ ਚਿਰ ਵਾਚ ਕਰਦੇ ਰਹੇ। ਆਖਰ ਜਦ ਸ਼ਿਕਾਰ ਹੱਥ ਉਠਾਇਆ, ਅੱਜ ਦਾ 30 ਅਕਤੂਬਰ 1984 ਵਾਲੇ ਦਿਨ 9:10 ਦੀ ਬੀਬੀ ਬਿਨਾਂ ਬੁਲਟ ਪ੍ਰੂਫ ਜੈਕਟ ਤੋਂ ਜਦ ਮੌਤ ਆਉਂਦੀ ਆ, ਵੱਡੇ ਵੱਡੇ ਜਿਹੜੇ ਨੇ ਉਹ ਕਮਲੇ ਹੋ ਜਾਂਦੇ ਨੇ। ਧਰਮ ਰਾਜਾ ਸਭਨਾਂ ਦੇ ਸਿਰ ਉੱਪਰ ਡੰਡਾ ਰੱਖ ਰਿਹਾ ਹੈ, ਤੇ ਇਸ ਵਾਸਤੇ ਉਹਨੂੰ ਚੇਤਾ ਹੀ ਭੁੱਲ ਗਿਆ। ਪੀਲੇ ਰੰਗ ਦੀ ਸਾੜੀ ਲਾ ਕੇ ਤੇ ਟੀਵੀ ਦੇ ਉੱਪਰ, ਵਿਦੇਸ਼ੀ ਟੀਵੀ ਦੇ ਉੱਪਰ ਇੰਟਰਵਿਊ ਦੇਣ ਵਾਸਤੇ ਜਾ ਰਹੀ ਸੀ, ਤਾਂ ਰਸਤੇ ਦੇ ਵਿੱਚ ਬੱਬਰ ਸ਼ੇਰਾਂ ਨੇ, ਡਿਊਟੀ ਵੱਖਰੋ ਵੱਖਰੀ ਸੀਗੀ। ਸਤਵੰਤ ਸਿੰਘ ਨੇ ਟਾਇਲਟ ਦਾ ਬਹਾਨਾ ਬਣਾ ਕੇ ਵੀ ਮੈਨੂੰ ਲੂਜ਼ ਮੋਸ਼ਨ ਲੱਗੇ ਹੋਏ, ਭਾਈ ਬੇਅੰਤ ਸਿੰਘ ਦੇ ਪਿਛਲੇ ਪਾਸੇ ਆਪਦੀ ਡਿਊਟੀ ਲਵਾ ਲਈ, ਕਿਉਂਕਿ ਇਕੱਲਾ ਬੰਦਾ ਘਬਰਾ ਜਾਏਗਾ ਜਾਂ ਕੁਛ ਵੀ ਹੋ ਸਕਦਾ। ਇਸ ਲਈ ਭਾਈ ਬੇਅੰਤ ਸਿੰਘ ਕੋਲ ਸਰਵਿਸ ਰਿਵਾਲਵਰ ਸੀਗਾ, ਸ਼ਹੀਦ ਭਾਈ ਸਤਵੰਤ ਸਿੰਘ ਦੇ ਕੋਲ ਸਟੇਨ ਗਨ ਸੀਗੀ ਜਿਹਦੇ ਵਿੱਚ ਜ਼ਿਆਦੀਆਂ ਗੋਲੀਆਂ ਲੋਡ ਸਨ। ਬੀਬੀ ਆਈ, ਸ਼ਹੀਦ ਭਾਈ ਬੇਅੰਤ ਸਿੰਘ ਨੇ ਆਪਦੀ ਡਿਊਟੀ ਨਿਭਾਉਂਦਿਆਂ ਹੋਇਆ ਦੋਨੇ ਪੈਰਾਂ ਤੇ ਖੜੇ ਹੋ ਕੇ ਸਾਵਧਾਨੀ ਦੇ ਨਾਲ ਸਲੂਟ ਮਾਰਿਆ। ਉਸੇ ਵਕਤ ਹੀ ਸੋ ਅਰਦਾਸ ਕਰ ਦਿੱਤੀ ਕਿ ਹੁਣ ਸਾਡੀ ਡਿਊਟੀ ਖਤਮ ਹੋ ਗਈ। ਫਿਰ ਧਰਮ ਦੀ ਗੰਨ ਚੁੱਕੀ ਤੋ ਆਪਦੀ ਸਰਵਿਸ ਰਿਵਾਲਵਰ ਦੇ ਵਿੱਚੋਂ ਜਿੰਨੀਆਂ ਵੀ ਗੋਲੀਆਂ ਸਨ ਉਹ ਖਾਲੀ ਕਰ ਦਿੱਤੀਆਂ ਪਿੱਛੋਂ ਭਾਈ ਸਤਵੰਤ ਸਿੰਘ ਨੇ। ਸੋ ਉਸ ਵਕਤ ਕਿਸੇ ਦੀ ਜੁਰਤ ਜਾਂ ਹੀਆ ਨਹੀਂ ਪਿਆ ਕਿ ਉਹਨਾਂ ਸ਼ੇਰਾਂ ਨੂੰ ਪਕੜ ਲੈਂਦੇ। ਉਹਨਾਂ ਨੇ ਆਪਦੇ ਹਥਿਆਰ ਸੁੱਟ ਦਿੱਤੇ ਕਿ ਜੋ ਅਸੀਂ ਕੰਮ ਕਰਨਾ ਸੀ ਸੋ ਕਰ ਲਿਆ। ਸਿੱਖ ਕੌਮ ਦੀ ਪੱਗ ਪੈਰਾਂ ਵਿੱਚ ਡਿੱਗੀ ਰੁਲ ਰਹੀ ਸੀ, ਦਬਾਰ ਤੋਂ ਉਹਨਾਂ ਸੀਸ ਤੇ ਰੱਖੀ। ਸ਼ਹੀਦ ਭਾਈ ਬੇਅੰਤ ਸਿੰਘ ਨੂੰ ਡੋਗਰਾ ਪਲਟਨ ਨੇ ਪਕੜ ਕੇ ਤੇ ਆਪਦੇ ਕਮਰੇ 'ਚ ਲਿਜਾ ਕੇ ਦਬਕੇ ਮਾਰ ਕੇ ਗਾਲੀ ਗਲੋਚ ਕਰਦਿਆਂ ਉਹਨੂੰ ਗੁੱਸੇ ਵਿੱਚ ਲਿਆਂਦਾ। ਜਦ ਸ਼ੇਰ ਨੇ ਗੁੱਸੇ ਵਿੱਚ ਉਹਨਾਂ ਨੂੰ ਜਵਾਬ ਦਿੱਤਾ ਵੀ ਬੋਲਣਾ ਨਹੀਂ, ਗਾਲ ਨਹੀਂ ਕੱਢਣੀ, ਤਾਂ ਉਸ ਵਕਤ ਉਹਨਾਂ ਨੇ ਬਹਾਨਾ ਲਗਾ ਕੇ ਸ਼ਹੀਦ ਭਾਈ ਬੇਅੰਤ ਸਿੰਘ ਨੂੰ ਪਕੜ ਕੇ, ਕੋਈ ਵੱਡੀ ਬਹਾਦਰੀ ਦੀ ਗੱਲ ਨਹੀਂ ਹੈ, ਉਸ ਵਕਤ ਕਿਸੇ ਦਾ ਹੀਆ ਨਹੀਂ ਪਿਆ ਵੀ ਉਹਨਾਂ ਨੂੰ ਫੜ ਲੈਂਦੇ। ਜਦ ਹਥਿਆਰ ਸੁੱਟ ਦਿੱਤੇ, ਫੜ ਕੇ ਆਪਣੇ ਆਪ ਉਹਨਾਂ ਬਾਹਾਂ ਖੜੀਆਂ ਕੀਤੀਆਂ ਵੀ ਹੁਣ ਸਾਡਾ ਕੋਈ ਕੰਮ ਨਹੀਂ ਰਿਹਾ, ਸਾਡਾ ਹੋਰ ਕਿਸੇ ਨੇ ਕੋਈ ਵੈਰ ਨਹੀਂ। ਵੈਰ ਸੀ ਗੁਰਦੁਆਰੇ ਦਾ ਵੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ, ਸਾਧ ਸੰਗਤ ਨੂੰ ਕਿਉਂ ਦੁਖੀ ਕੀਤਾ ਗਿਆ, ਕਿਉਂ ਇਮਾਰਤ ਢਾਈ ਗਈ। ਉਹ ਆਪਾਂ ਨੇ ਆਪਦਾ ਜਿਹੜਾ ਕੰਮ ਪੂਰਾ ਕਰ ਲਿਆ, ਹੋਰ ਕਿਸੇ ਨੂੰ ਆਪਾਂ ਕੁਛ ਨਹੀਂ ਕਹਿਣਾ। ਭਾਈ ਬੇਅੰਤ ਸਿੰਘ ਨੂੰ ਬਾਅਦ ਵਿੱਚ ਸ਼ਹੀਦ ਕੀਤਾ ਗਿਆ ਔਰ ਭਾਈ ਸਤਵੰਤ ਸਿੰਘ ਨੂੰ ਫਾਂਸੀ ਤੇ ਲਾ ਕੇ ਸਰਦਾਰ ਕੇਰ ਸਿੰਘ ਦੇ ਨਾਲ ਤੇ ਹੋਰਨਾਂ ਨੇ ਜਿਨ੍ਹਾਂ ਨੇ ਸਾਜ਼ਿਸ਼
ਜਿਹੜੀ ਸਕੀਮ ਬਣਾਈ ਸੀ ਉਹਨਾਂ ਸਮੇਤ ਤਿੰਨਾਂ ਨੂੰ ਫਾਂਸੀ ਤੇ ਲਾਇਆ ਗਿਆ। ਸੋ ਅੱਜ ਉਹਨਾਂ ਸ਼ੇਰਾਂ ਦੀ ਬਰਸੀ ਹੈ। ਸੋ ਜਿਨ੍ਹਾਂ ਨੇ ਸਿੱਖ ਕੌਮ ਦੀ ਇੱਜ਼ਤ ਨੂੰ ਬਰਕਰਾਰ ਰੱਖਦਿਆਂ ਹੋਇਆਂ ਧਰਮ ਦੀ ਲੜਾਈ ਦੇ ਵਿੱਚ ਆਪ ਦਾ ਹਿੱਸਾ ਪਾਇਆ, ਜਾਨ ਦੀ ਆਹੁਤੀ ਦੇ ਕੇ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਨਿਸ਼ਾਨ ਸਾਹਿਬ ਨੂੰ ਫਿਰ ਖੜਿਆਂ ਕਰਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਆਪ ਦੇ ਚਰਨਾਂ 'ਚ ਨਿਵਾਸ ਬਖਸ਼ਣ। ਤੁਹਾਡੇ ਕੋਲ ਹੀ ਮਲੂਆ ਪਿੰਡ ਹੈ, ਮਲੋਏ ਨਗਰ ਦੇ ਸਨ ਸ਼ਹੀਦ ਭਾਈ ਬੇਅੰਤ ਸਿੰਘ ਸਾਹਿਬ ਜੀ। ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ, ਕਥਾ ਨੂੰ ਵਿਸ਼ਰਾਮ ਦਿੰਦੇ ਹਾਂ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ।